ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਟ ਨਾਰਾਇਣ ਮਹੱਲਾ ਚੌਥਾ। ਪੜਤਾਲ। ਏਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਸੇਵ ਸਫਲ ਹਰ ਕਾਲ। ਲੇ ਗੁਰ ਪਗਾਰੇ ਨਰਵਾਲ। ਮੇਰੇ ਮਨ ਸੇਵ ਸਫਲ ਹਰ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾਂ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਰਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਭਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਟ ਨਾਰਾਇਣ ਮਹੱਲਾ ਚੌਥਾ। ਨਟ ਨਾਰਾਇਣ ਰਾਗ ਵਿੱਚ ਚੌਥੇ ਸਰੂਪ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਪੜਤਾਲ। ਜਿਸ ਵਿੱਚ ਪਾਟਵੇਂ ਤਾਲ ਪੈਣ ਜਾਂ ਪੜਤਾਲ ਇੱਕ ਛੰਦ ਦੀ ਚਾਲ ਹੈ ਜਾਂ ਜਿਸ ਵਿੱਚ ਤਾਲ ਤੇ ਤਾਲ ਪੈਣ ਪੜ੍ਹੀ ਜਾਣ ਤਾਲ ਤੇ ਤਾਲ ਜਾਂ ਜਿਸ ਵਿੱਚ ਪਰਮੇਸ਼ਰ ਦੀ ਪੜਤਾਲ ਖੋਜ ਹੋਵੇ ਐਸਾ ਇਹ ਪੜਤਾਲ ਛੰਦ ਹੈ। ਇਹਦੇ ਵਿੱਚ ਗੁਰੂ ਸਾਹਿਬ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਏਕ ਓੰਕਾਰ। ਪਹਿਲਾਂ ਬੀਜ ਮੰਤਰ ਉਚਾਰਨ ਕਰਦੇ ਨੇ। ਇੱਕ ਅਦੁੱਤੀ ਬ੍ਰਹਮ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮੇਰੇ ਮਨ ਸੋ ਹੇ ਮੇਰੇ ਪਿਆਰੇ ਮਨ ਸੇਵ ਸਫਲ ਹਰ ਕਾਲ। ਹਰੀ ਪਰਮੇਸ਼ਰ ਦਾ ਸੀਮਨ ਕਰ ਇਹ ਤੇਰੀ ਕਾਲ ਕਮਾਈ ਸਫਲ ਹੋਵੇਗੀ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਔਰ ਫਿਰ ਤੈਨੂੰ ਗਿਆਨ ਤੇ ਮੁਕਤੀ ਦਾ ਫਲ ਵੀ ਪ੍ਰਾਪਤ ਹੋਵੇਗਾ। ਲੇ ਗੁਰ ਪਗਾਰੇ ਨਰਵਾਲ। ਗੁਰੂ ਮਹਾਰਾਜ ਸਾਹਿਬ ਜੀ ਦੇ ਪੱਗ ਚਰਨਾਂ ਦੀ ਧੂੜ ਲੈ ਕੇ ਗੁਰੂ ਚਰਨਾਂ ਦੀ ਰਵਾਲ ਕਿਨਕਾ ਮਾਤਰ ਧੂੜ ਬਣ ਜਾਣਾ ਕਰ ਜਾਂ ਇਸੇ ਪ੍ਰਕਾਰ। ਲੇ ਗੁਰ ਪਗਾਰੇ ਨਰਵਾਲ। ਰਵਾਲ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਲੈ ਕੇ ਰਵਾਲ ਨਾਮ ਹੈ ਕਿਣਕੇ ਦਾ। ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਕਿਣਕੇ ਦੀ ਨਿਆਈ ਤੂੰ ਨਿਹਾਲ ਹੋ ਜਾਣਾ ਕਰ ਇਸੇ ਪ੍ਰਕਾਰ।
ਲੇ ਗੁਰ ਭਾਗਾ ਰੇ ਨਰਵਾਲ। ਧੂੜ ਦੇ ਕਿਣਕੇ ਦੀ ਤਰ੍ਹਾਂ ਛੋਟਾ ਪੁਣਾ ਜੀ ਪੁਣਾ ਮਿਟਾਉਣਾ ਕਰ, ਇਸੇ ਪ੍ਰਕਾਰ ਲੇ ਗੁਰ ਭਾਗਾ ਰੇ ਨਰਵਾਲ। ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਰਵਾਲ ਧੂੜ ਕਰਨ ਵਾਲੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦੀ ਧੂੜੀ ਲੈਣਾ ਕਰ। ਸਭ ਦਾਲਦ ਪੰਜ ਦੁਖ ਦਾਲ। ਹਰੀ ਸੇਮਨ ਜਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਸਾਰੇ ਅਵਧੀ ਆਦਿਕ ਦੇ ਦਲਿੱਦਰ ਭੰਨਣ ਵਾਲੀ ਹੈ ਅਤੇ ਜੰਮਣ ਮਰਨ ਦੇ ਦੁੱਖ ਨੂੰ ਦਲ ਦੇਣ ਵਾਲੀ, ਨਾਸ਼ ਕਰ ਦੇਣ ਵਾਲੀ ਹੈ। ਸੋ ਇਸ ਵਾਸਤੇ ਮਹਾਰਾਜ ਦੇ ਚਰਨਾਂ ਦੀ ਧੂੜੀ ਤੋਂ ਪ੍ਰਾਪਤ ਕਰ। ਜੇ ਹੋਰ ਕੁਝ ਨਹੀਂ ਹੁੰਦਾ ਤਾਂ ਚਰਨ ਧੂੜੀ ਤਾਂ ਆਪਾਂ ਲੈ ਸਕਦੇ ਹਾਂ। ਹਰ ਹੋ ਨਦਰ ਨਿਹਾਲ। ਹੋ ਹੇ ਮਨਾ, ਜਦੋਂ ਹਰੀ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇਗੀ ਤਦੋਂ ਤੋਂ ਨਿਹਾਲ ਹੋ ਜਾਵੇਗਾ, ਜਾਂ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਕਾ ਗ੍ਰਹਿ ਹਰ ਆਪ ਸਵਾਰਿਓ। ਸੋ ਜੋ ਹਰੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਸਾਧ ਸੰਗਤ ਜੀਓ ਸੰਸਾਰ ਰੂਪੀ ਘਰ ਹੈ ਜਾਂ ਸਾਧ ਸੰਗਤ ਰੂਪੀ ਘਰ ਹੈ, ਇਹ ਜਿਸ ਨੂੰ ਹਰੀ ਪਰਮੇਸ਼ਰ ਨੇ ਖੁਦ ਆਪ ਸੰਭਾਲਣਾ ਕੀਤਾ ਹੈ। ਹਰ ਰੰਗ ਰੰਗ ਮਹਿਲ ਬੇਅੰਤਾ। ਸੋ ਜੇ ਸਾਧ ਸੰਗਤ ਰੂਪੀ ਘਰ ਦੇ ਵਿੱਚ ਹਰੀ ਪਰਮੇਸ਼ਰ ਪ੍ਰਾਪਤੀ ਕਰਾਉਣ ਵਾਲਾ ਰੰਗ ਪ੍ਰੇਮ ਹੈ। ਪਰਮੇਸ਼ਰ ਦਾ ਰੰਗ ਆਨੰਦ ਹੈ। ਰੰਗ ਦਾ ਅਰਥ ਪ੍ਰੇਮ, ਰੰਗ ਦਾ ਅਰਥ ਆਨੰਦ ਹੈ ਅਤੇ ਮਹਿਲ ਉਸ ਦਾ ਅੰਤःਕਰਨ ਰੂਪੀ ਮਹੱਲ ਦੇ ਵਿੱਚ ਟਿਕਾਣਾ ਹੈ। ਹਰੀ ਪਰਮੇਸ਼ਰ ਦਾ ਜਿਹੜਾ ਘਰ ਹੈ ਉਹ ਸਾਰਾ ਸੰਸਾਰ ਹੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਫਰੀਦਾ ਕਾਲਕ ਖਲਕ ਮੈਂ, ਖਲਕ ਵਸੈ ਰਬ ਮਾਹੀ। ਅਤੇ ਸਾਧ ਸੰਗਤ ਸੱਚਖੰਡ ਹੈ। ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਜਿਹਦੇ ਵਿੱਚ ਨਿਰੰਕਾਰ ਵਸਦਾ ਹੈ ਉਹ ਸੱਚਖੰਡ ਸਾਧ ਸੰਗਤ ਹੀ ਹੈ। ਇਹ ਸੰਸਾਰ ਰੂਪੀ ਜਾਂ ਸਾਧ ਸੰਗਤ ਰੂਪੀ ਘਰ ਦੇ ਵਿੱਚ ਪਰਮੇਸ਼ਰ ਨੇ ਆਪ ਹੀ ਕੀਰਤਨ ਸ਼ੁਰੂ ਕਰਾਇਆ ਹੈ। ਪ੍ਰਭੂ ਦੀ ਸਿਫਤ ਸਲਾਹ, ਗੁਰਬਾਣੀ ਦਾ ਪਾਠ ਸ਼ੁਰੂ ਕਰਾਇਆ। ਇੱਥੇ ਹੋਰ ਕੋਈ ਦੂਸਰੀ ਗੱਲ ਨਾ ਹੋਵੇ, ਕਥਾ ਸ਼ੁਰੂ ਕਰਾਈ। ਵਾਹਿਗੁਰੂ ਜੀ ਦੇ ਗੁਣ ਗਾਏ ਜਾਣ। ਇਹ ਸੰਗਤ ਨੂੰ ਗੁਟਕੇ ਸਾਹਿਬ ਗੁਰਬਾਣੀ ਪੜ੍ਹਨ ਵੱਲ ਲਾ ਦਿੱਤਾ। ਇਉਂ ਕਥਾ ਕੀਰਤਨ ਜਲਾ ਕੇ ਤੇ ਪਰਮੇਸ਼ਰ ਪ੍ਰਾਪਤੀ ਕਰਾਉਣ ਵਾਲਾ ਆਪ ਹੀ ਪ੍ਰੇਮ ਲਾਇਆ ਹੈ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੇ ਲਾਗਾ ਪਾਏ। ਸੋ ਮਹਾਰਾਜ ਨੇ ਇਹ ਘਰ ਆਪ ਸੰਵਾਰਨਾ ਕੀਤਾ ਸ਼ੁਭ ਗੁਣਾਂ ਦੇ ਨਾਲ। ਸਤ ਸੰਦੋਖ ਆਦਿਕ ਸ਼ੁਭ ਗੁਣ ਸੰਗਤ ਵਿੱਚ ਵਸਦੇ ਨੇ। ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀ ਅਮਲਾਏ, ਉਹਨਾਂ ਦੇ ਵਿੱਚ ਸਾਨੂੰ ਵੀ ਮਿਲਾ ਦਿੱਤਾ। ਫਿਰ ਜਿਹਨਾਂ ਨਾਲ ਮਿਲ ਕੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਰਮੇਸ਼ਰ ਦਾ ਆਨੰਦ ਹੀ ਆਨੰਦ ਅਤੇ ਮਹਿਲ ਉਸੇ ਦਾ ਹੀ ਅੰਤःਕਰਨ ਵੀ ਮਹੱਲ ਵਿੱਚ ਟਿਕਾਣਾ ਹੈ। ਜਿਹਨੇ ਬੇਅੰਤ ਅੰਤ ਤੋਂ ਰਹਿਤ ਲਾਲ ਪਿਆਰਾ ਪਰਮੇਸ਼ਰ ਜਿਹੜਾ ਹੈ, ਜਿਹਦਾ ਲਾਲ ਪ੍ਰੇਮ ਹਰੇਕ ਨੂੰ ਲਾਲ ਪ੍ਰੇਮ ਰੂਪ ਰੰਗ ਚਾੜ ਕੇ ਪ੍ਰੇਮੀ ਬਣਾ ਦੇਣ ਵਾਲਾ, ਮਨ ਬਾਣੀ ਸਰੀਰ ਕਰਕੇ ਲਾਲੀ ਚਾੜਨ ਵਾਲਾ, ਜੋ ਪਰਮੇਸ਼ਰ ਪਿੱਛੇ ਵੀ ਲਾਲ ਦੀ ਨਹੀਂ ਆਈ ਬੇਕੀਮਤ ਪਿਆਰਾ ਸੀ, ਹੁਣ ਵੀ ਲਾਲ ਪਿਆਰਾ, ਅੱਗੇ ਨੂੰ ਵੀ ਹਰੀ ਪਰਮੇਸ਼ਰ ਲਾਲ ਪਿਆਰਾ ਹੋਵੇਗਾ। ਉਹਦਾ ਮਨ ਬਾਣੀ ਸਰੀਰ ਕਰਕੇ ਜਾਗਰਤ ਸੁਪਨ ਸੁਖੋਪਤ ਬਾਲ ਜਵਾਨੀ ਬਿਰਧ ਅਵਸਥਾ ਦੇ ਵਿੱਚ ਮਾਰੇ ਕਹਿੰਦੇ ਨੇ
ਜਾਪ ਕਰਨਾ ਕਰੋ ਭਾਈ। ਲਾਲ ਲਾਲ ਹਰ ਲਾਲ, ਜਿਹੜਾ ਪ੍ਰੇਮ ਰੂਪ ਹੈ, ਆਨੰਦ ਰੂਪ ਹੈ ਅਤੇ ਲਾਲ ਦੀ ਤਰ੍ਹਾਂ ਬੇਕੀਮਤ ਹੈ। ਹਰ ਆਪਣੀ ਕਿਰਪਾ ਕਰੀ, ਜਿਨ੍ਹਾਂ ਉਤੇ ਪਰਮੇਸ਼ਰ ਨੇ ਆਪ ਦੀ ਕਿਰਪਾ ਦਇਆ ਦ੍ਰਿਸ਼ਟੀ ਕਰੀ ਕੀਤੀ ਹੈ। ਆਪ ਗ੍ਰਹਿ ਆਇਓ, ਉਹਨਾਂ ਦੇ ਹਿਰਦੇ ਰੂਪ ਘਰ ਵਿੱਚ ਪਰਮੇਸ਼ਰ ਖੁਦ ਹੀ ਆਪ ਆਇਆ ਹੈ। ਹਮ ਹਰ ਕੀ ਗੁਰ ਕੀ ਹੈ ਬਸੀਠੀ, ਸਾਡੀ ਪਰਮੇਸ਼ਰ ਦੇ ਨਾਲ ਮਿਲਣ ਦੀ ਗੁਰੂ ਸਾਹਿਬ ਨੇ ਬਸੀਠੀ ਵਿਚੋਲਗੀ ਕੀਤੀ ਹੈ। ਬਸੀਠ ਨਾਮ ਹੈ ਵਿਚੋਲੇ ਦਾ, ਬਸੀਠੀ ਵਿਚੋਲਗੀ ਕੀਤੀ ਹੈ। ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ ਕਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਨ ਧੁਰੇ ਪਿਆ ਸੰਜੋਗ। ਆਪ ਮਹਾਰਾਜ ਨੇ ਵਿਚੋਲਾ ਬਣ ਕੇ ਗੁਰ ਵਿੱਚ ਦੀ ਆਪ ਤੇ ਆਈ, ਸਾਨੂੰ ਵਾਹਿਗੁਰੂ ਨਾਲ ਮਿਲਾਉਣ ਦੀ ਵਿਚੋਲਗੀ ਕੀਤੀ ਹੈ। ਹਮ ਹਰ ਦੇਖੇ, ਅਸੀਂ ਹਰੀ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਵੇਖ ਕੇ ਸਾਡੀ ਜਿਹੜੀ ਬਿਰਤੀ ਸੀਗੀ ਭਈ ਨਿਹਾਲ, ਇਹ ਨਿਹਾਲ ਹੋ ਰਹੀ ਹੈ। ਨਿਹਾਲ ਇੱਕ ਕੌਮਣ ਜਿਹਾ ਵਰਡ ਹੈ ਜਿਸ ਦਾ ਮੋਟਾ ਜਿਹਾ ਅਰਥ ਲਿਆ ਜਾਂਦਾ ਕਿ ਬਾਗੋ ਬਾਗ ਖੁਸ਼ ਹੋ ਜਾਣਾ, ਪ੍ਰਸੰਨ ਹੋ ਜਾਣਾ। ਨਿਹਾਲ ਆਪਣੇ ਆਪ ਦੇ ਵਿੱਚ ਹੀ ਅਰਥਾਂ ਰੂਪੀ ਸ਼ਬਦ ਹੈ। ਨਿਹਾਲ ਹੋ ਗਏ। ਜੇ ਆਖਰੀ ਅਰਥ ਕਰੀਏ ਤਾਂ ਮੇਰੀ ਬਿਰਤੀ ਨਿਹਾਲ ਸਰੂਪ ਪਰਮੇਸ਼ਰ ਦੇ ਦਰਸ਼ਨ ਵੇਖ ਕੇ। ਨਿਹਾਲ ਨਿਹਾਲ ਨਿਹਾਲ, ਹਾਲ ਨਾਮ ਹੈ ਦੁੱਖਾਂ ਦਾ, ਨੀ ਨਾਮ ਹੈ ਰਹਿਤ ਦਾ। ਮਨ ਕਰਕੇ ਦੁੱਖਾਂ ਤੋਂ ਰਹਿਤ ਹੋ ਗਏ, ਤਨ ਕਰਕੇ ਦੁੱਖਾਂ ਤੋਂ ਰਹਿਤ ਹੋ ਗਏ ਅਤੇ ਬਾਣੀ ਕਰਕੇ ਦੁੱਖਾਂ ਤੋਂ ਰਹਿਤ ਸਾਡੀ ਬਿਰਤੀ ਹੋ ਗਈ ਹੈ। ਹਰ ਆਵਤੇ ਕੀ ਖਬਰ ਗੁਰ ਪਾਈ, ਜਿਸ ਵੇਲੇ ਮਨੁੱਖਾ ਜਨਮ ਦੇ ਵਿੱਚ ਹਰੀ ਪਰਮੇਸ਼ਰ ਦੇ ਆਉਣ ਪ੍ਰਾਪਤੀ ਦੀ ਖਬਰ ਗੁਰਾਂ ਨੇ ਪਾ ਦਿੱਤੀ। ਮਾਨ ਤਾਨ ਆਨੰਦੋ ਆਨੰਦ ਪਾਈ, ਉਸ ਵੇਲੇ ਅਸੀਂ ਮਨ ਤੇ ਤਨ ਦੇ ਅੰਦਰ ਆਨੰਦ ਸਰੂਪ ਦੀ ਪ੍ਰਾਪਤੀ ਦੇ ਬਚਨ ਸੁਣ ਕੇ ਆਨੰਦ ਦੇ ਸਹਿਤ ਹੋ ਗਏ। ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ, ਪਰ ਮੇਰੇ ਲਾਲਵਤ ਬੇਕੀਮਤ ਦੇ ਪਿਆਰੇ ਹਰੀ ਪਰਮੇਸ਼ਰ ਦਾ ਗੁਰਾਂ ਦੁਆਰਾ ਆਉਣਾ ਸੁਣਿਆ ਹੈ। ਜਨ ਨਾਨਕ ਹਰ ਹਰ ਮਿਲੇ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਦਾਸ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਦੇ ਨਾਲ ਅਭੇਦ ਹੋ ਗਏ ਹਾਂ, ਜਾਂ ਹਰੀ ਦੇ ਤਤ ਪਦ ਅਤੇ ਤਵੰਗ ਪਦ ਦੇ ਲਾਕਰਤ ਨਾਲ ਮਿਲ ਕੇ ਹਰੀ ਵਿੱਚ ਅਭੇਦ ਹੋ ਗਏ ਹਾਂ। ਭਈ ਗਲਤਾਨ ਹਾਲ ਨਿਹਾਲ ਨਿਹਾਲ, ਉਸ ਪਰਮੇਸ਼ਰ ਦੇ ਸਿਮਰਨ ਵਿੱਚ ਲਾ ਕੇ ਦੁਨੀਆ ਦੀ ਹਾਲਤ ਵੱਲੋਂ ਗਲਤਾਨ ਮਸਤ ਹੋ ਗਏ ਹਾਂ, ਜਾਂ ਇਸ ਵਰਤਮਾਨ ਸਮੇਂ ਵਿੱਚ ਮਸਤ ਹੋ ਗਏ ਹਾਂ। ਇਉਂ ਉਸ ਦੇ ਨਿਹਾਲਪੁਰੇ ਨੂੰ ਦੇਖ ਕੇ ਮਨ ਬਾਣੀ ਸਰੀਰ ਕਰਕੇ ਪ੍ਰਸੰਨ ਆਨੰਦਿਤ ਹੋ ਗਏ ਹਾਂ। ਨਾਟ ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਟ ਰਾਗ ਦੇ ਵਿੱਚ ਅਗਲਾ ਸ਼ਬਦ ਉਚਾਰ ਰਹੇ ਹਨ। ਮਨ ਮਿਲ ਸੰਤ ਸੰਗਤ ਸੁਭਵੰਤੀ, ਹੇ ਮੇਰੇ ਪਿਆਰੇ ਮਨਾ, ਸੰਤਾਂ ਮਹਾਤਮਾ ਦੀ ਸੰਗਤ 'ਚ ਮਿਲਣੇ ਕਰਕੇ ਚਿੱਤ ਦੀ ਬਿਰਤੀ ਭਗਤੀ ਰੂਪ ਸ਼ੋਭਾ ਵਾਲੀ ਹੋਵੇਗੀ।
ਸੁਨ ਅਕਥ ਕਥਾ ਸੁਖਵੰਤੀ। ਅਤੇ ਜੋ ਕਥਨ ਤੋਂ ਰਹਿਤ ਸੁਖ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਹੈ ਉਸ ਨੂੰ ਸੁਣਨ ਕਰ। ਸੁਣ ਮਨ ਅਕਥ ਕਥਾ ਹਰ ਨਾਮ। ਐ ਮੇਰਿਆ ਮਨ ਅਕਥ ਪ੍ਰਭੂ ਦੀ ਕਥਾ ਤੂੰ ਸੁਣਨਾ ਕਰ ਪਿਆਰ ਦੇ ਨਾਲ ਹਰੀ ਨਾਮ ਦੀ ਕਥਾ। ਸਭ ਕਿਲ ਵਿਖ ਪਾਪ ਲਹੰਤੀ। ਜੋ 4 ਪ੍ਰਕਾਰ ਦੇ ਕਿਲ ਵਿਖ ਪਾਪ ਨੇ ਅਤੇ ਸਾਰੇ ਸਮਾਨ ਪਾਪਾਂ ਨੂੰ ਲਾਹ ਦੇਣ ਵਾਲੀ ਹੈ। ਹਰ ਹੋ ਲਿਖਤ ਲਿਖੰਤੀ। ਹੇ ਭਾਈ ਹੇ ਭਾਈ, ਜਦੋਂ ਮੱਥੇ ਤੇ ਪਰਮੇਸ਼ਰ ਨੇ ਆਪ ਆਪਣੀ ਪ੍ਰਾਪਤੀ ਦੀ ਲਿਖਤ ਲਿਖੀ ਹੋਵੇ ਉਸ ਵੇਲੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਕੀਰਤ ਕਲ ਯੁਗ ਬਾਦ। ਹਰ ਕੀਰਤ ਕਲ ਯੁਗ ਵਿੱਚ ਉਤਮ। ਸਾਧ ਸੰਗਤ ਜੀ, ਉਹ ਕੀਰਤ ਦਾ ਅਰਥ ਹੈ ਜਸ। ਉਹ ਜਿਹੜਾ ਜਸ ਕਰਨਾ ਹੈ ਭਾਵੇਂ ਸਾਜ਼ਾਂ ਦੇ ਨਾਲ ਹੋਵੇ ਭਾਵੇਂ ਸਾਜ਼ਾਂ ਤੋਂ ਬਗੈਰ ਹੋਵੇ। ਜਿਹੜਾ ਗੁਰਬਾਣੀ ਦਾ ਪਾਠ ਕਰਨਾ ਪਿਆਰ ਨਾਲ ਇਹ ਵੀ ਕੀਰਤ ਹੈ। ਕਥਾ ਤਾਂ ਹੈ ਹੀ ਵਾਹਿਗੁਰੂ ਜੀ ਦਾ ਜਸ, ਤੇ ਜਿਹੜਾ ਕੀਰਤਨ ਹੈ ਉਹ ਕੀਰਤਨ ਤਾਂ ਆਪ ਸਮਝਦੇ ਹੋ ਵੀ ਕੀਰਤ ਦਾ ਅਰਥ ਹੀ ਕੀਰਤਨ। ਤੋ ਇਸ ਲਈ ਹਰੀ ਪਰਮੇਸ਼ਰ ਦੀ ਜੋ ਕੀਰਤਨ ਭਗਤੀ ਕਰਨੀ ਹੈ ਇਹੀ ਕਲਯੁਗ ਦੇ ਅੰਦਰ ਸਭ ਤੋਂ ਉੱਤਮ ਸ੍ਰੇਸ਼ਟ ਹੈ। ਹਰ ਉਤਮ ਕਥਾ ਸੁਨੀਜੈ ਸਰਵਣੀ ਮਇਆ ਕਰੋ ਭਗਵਾਨ। ਸਭ ਤੇ ਉਤਮ ਹਰ ਕੀ ਕਥਾ। ਵਾਹਿਗੁਰੂ ਜੀ, ਇਹ ਭਗਵਾਨ ਜੀ ਸਾਡੇ ਤੇ ਮਇਆ ਕਿਰਪਾ ਦ੍ਰਿਸ਼ਟੀ ਕਰੋ। ਜਿਹੜੀ ਕਲਯੁਗ ਦੇ ਵਿੱਚ ਹਰੀ ਦੀ ਕੀਰਤੀ ਹਰੀ ਦੀ ਕਥਾ ਸਭ ਤੋਂ ਉੱਤਮ ਹੈ, ਇਹ ਸਾਡੇ ਕੰਨਾਂ ਵਿੱਚ ਪਾਓ ਜੀ। हे ਮਹਾਰਾਜ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਇਹ ਜਿਹੜਾ ਕੀਰਤਨ ਹੈ ਕਿ ਨਿਰਮੋਲਕ ਹੀਰੇ ਦੀ ਤਰ੍ਹਾਂ ਆਨੰਦ ਦੇਣ ਵਾਲਾ ਹੈ। ਇਹ ਸਭ ਤੋਂ ਉੱਤਮ ਹੈ। ਇਹਦੇ ਤੋਂ ਉੱਤਮ ਹੋਰ ਕੁਛ ਵੀ ਨਹੀਂ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਸਭਨਾਂ ਦੇ ਉੱਪਰ ਹਰੀ ਵਾਹਿਗੁਰੂ ਜੀ ਦਾ ਨਾਮ ਹੈ ਜੋ ਕੀਰਤਨ ਦੇ ਵਿੱਚ ਗਾਇਆ ਜਾਂਦਾ ਹੈ। ਤੋ ਇਸ ਲਈ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ। ਸਾਧ ਸੰਗਲ ਕੀਰਤਨ ਗਾਇਆ ਨਾਨਕ ਤੇ ਬਹੁਰ ਨਾ ਆਇਆ। ਇਹ ਕਲਯੁਗ ਦੇ ਅੰਦਰ ਸਭ ਤੋਂ ਉੱਤਮ ਸ੍ਰੇਸ਼ਟ ਹੈ। ਮਤ ਗੁਰ ਮਤ ਕਥਾ ਭਜੰਤੀ। ਹਰ ਗੁਰ ਸਿੱਖਿਆ ਦੁਆਰਾ ਮਤ ਬੁੱਧੀ ਦੇ ਅੰਦਰ ਸਰੂਪ ਲਖਣਾ ਤੇ ਤਟਸਥੀ ਲਕਸ਼ਣਾ ਵਾਲੀ ਕਥਾ ਦਾ ਭਜਨ ਕਰਨਾ ਵੀ ਸਭ ਤੋਂ ਸ੍ਰੇਸ਼ਟ ਹੈ। ਜੈਨ ਜਨ ਸੁਣੀ ਮਾਨੀ ਹੈ ਜੈਨ ਜਨ। ਜਿਸ ਗੁਰਮੁਖ ਜਾਣੇ ਪਰਮੇਸ਼ਰ ਦੀ ਕੀਰਤੀ ਅਤੇ ਕਥਾ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਸੁਣੀ ਹੈ ਅਤੇ ਜਿਸ ਗੁਰਮੁਖ ਜਾਣੇ ਮੰਨੀ ਹੈ। ਤਿਸ ਜਨ ਕੈ ਹਾਉ ਕੁਰਬਾਨੰਤੀ। ਇਸ ਗੁਰਮੁਖ ਜਨ ਦੇ ਉੱਪਰੋਂ ਅਸੀਂ ਅਤਿਅੰਤ ਕਰਕੇ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਹਰ ਅਕਥ ਕਥਾ ਕਾ ਜਿਨ ਰਸ ਚਾਖਿਆ। ਕਥਨ ਤੋਂ ਰਹਿਤ ਹਰੀ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਕਥਾ ਦਾ ਜਿਸ ਗੁਰਮੁਖ ਜਨ ਨੇ ਪ੍ਰੇਮ ਰਸ ਚਖਿਆ ਹੈ। ਤਿਸ ਜਨ ਸਭ ਭੂਖ ਲਹੰਤੀ। ਇਸ ਗੁਰਮੁਖ ਜਨ ਦੀ ਸਾਰੀ ਆਸਾ ਰੂਪੀ ਭੁੱਖ ਲਹਿ ਗਈ ਹੈ। ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ। ਪ੍ਰਸ਼ਾਦਾ ਛਕ ਕੇ ਤਾਂ ਰੱਜੀ ਦਾ ਹੀ ਹੈ, ਪਰ ਆ ਜਿਹੜੀ ਕਥਾ ਹੈ ਇੱਕ ਵਾਰ ਸਰਵਣ ਕਰ ਲਓ, ਸਾਰੀ ਦਿਹਾੜੀ ਭੁੱਖ ਨਹੀਂ ਲੱਗਦੀ, ਜਿੱਥੇ ਮਰਜ਼ੀ ਤੁਰੇ ਫਿਰੋ। ਸ਼ਾਮਾਂ ਨੂੰ ਫੇਰ
ਫਿਰ ਰਾਤ ਭਰ ਰੱਜ ਰਹਿੰਦਾ। ਜਿਵੇਂ ਰੋਟੀ ਖਾ ਕੇ ਇੱਕ ਵਾਰ ਲੰਗਰ 'ਚ 10-15 ਮਿੰਟ ਲਾ ਲਓ ਸਵੇਰੇ, ਫਿਰ ਦਿਨੇ ਜਿੱਥੇ ਮਰਜ਼ੀ ਜਾਓ, ਨਹੀਂ ਤਾਂ ਰੋਟੀ 'ਚ ਹੀ ਧਿਆਨ ਰਹੂਗਾ ਵੀ ਰੋਟੀ ਨਹੀਂ ਖਾਧੀ, ਰੋਟੀ ਨਹੀਂ ਖਾਧੀ, ਮੈਂ ਭੁੱਖਾ ਹਾਂ। ਉਹ ਭਾਵੇਂ ਹਜ਼ਾਰਾਂ ਚੀਜ਼ਾਂ ਖਾ ਲਓ, ਪਰ ਮਨ 'ਚ ਰਹੂਗਾ ਪ੍ਰਸ਼ਾਦਾ ਨਹੀਂ ਛਕਿਆ। ਪਰ ਜੇ ਕਰੀ ਛਕ ਲਓ ਤੇ ਫਿਰ ਧਿਆਨ ਨਹੀਂ ਰਹਿੰਦਾ। ਤੋ ਇਸ ਤਰ੍ਹਾਂ ਜਿਹੜੀ ਮਹਾਰਾਜ ਦੀ ਕਥਾ ਹੈ ਇਹ ਆਤਮਿਕ ਤ੍ਰਿਪਤੀ ਕਰਾਉਣ ਵਾਲੀ ਹੈ। ਅਤੇ ਜੇ ਇਹ ਸਰਵਣ ਕਰ ਲਓ ਤਾਂ ਇਹਦੇ ਨਾਲ ਮਨ ਪ੍ਰਸੰਨ ਰਹਿੰਦਾ ਹੈ। ਮਨ ਖਿੜਿਆ ਹਰਿਆ ਬਾਗ, ਨਹੀਂ ਤਾਂ ਆਪਣੇ ਆਪ ਦੇ ਵਿੱਚ ਹੀ ਮਹਿਸੂਸ ਹੁੰਦਾ ਰਹਿੰਦਾ ਕਿ ਅੱਜ ਸਮਾਂ ਫਜ਼ੂਲ ਚਲਾ ਗਿਆ, ਸਮਾਂ ਸਫਲ ਨਹੀਂ ਹੋਇਆ। 1 ਘੰਟੇ ਨਾਲ 8 ਘੰਟੇ ਸਫਲ ਹੋ ਜਾਂਦੇ। ਸ੍ਰੀ ਸੁਖਮਨੀ ਸਾਹਿਬ ਜੀ ਦਾ ਮਹਾਰਾਜ ਨੇ ਪਾਠ ਬਖਸ਼ਿਆ ਅਤੇ ਉਹਦਾ ਮਹਾਤਮ ਹੀ ਇਹ ਦਿੱਤਾ ਹੈ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ 24,000 ਅੱਖਰ ਨੇ। ਇੱਕ ਵਾਰ ਪਾਠ ਕਰ ਲਓ ਅੰਮ੍ਰਿਤ ਵੇਲੇ ਅਤੇ ਸਾਰੀ ਦਿਹਾੜੀ ਬਣੇ 24,000 ਸਵਾਦ ਸਫਲ ਹੋ ਜਾਂਦੇ ਨੇ। ਅਤੇ ਉਵੇਂ ਹੀ ਵੈਸੇ 8 ਪੈਰ ਮਹਾਰਾਜ ਦਾ ਨਾਮ ਜਪਣ ਦਾ ਹੁਕਮ ਹੈ, ਪਰ ਮਨ ਜਿਹੜਾ ਪ੍ਰਸੰਨ ਹੋ ਜਾਂਦਾ। ਸਾਡਾ ਮਨ ਗੁਰੂ ਚੌਥੇ ਪਾਤਸ਼ਾਹ ਜੀ ਕਹਿੰਦੇ ਨੇ ਕਥਾ ਸੁਣ ਕੇ ਰੱਜ ਗਿਆ ਹੈ, ਆਤਮਿਕ ਆਨੰਦ ਕਰਕੇ ਤ੍ਰਿਪਤ ਹੋ ਗਿਆ ਹੈ। ਅਤੇ ਜਪ ਹਰ 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 ਹੋਵੰਤੇ, ਸਭਨਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਜਪ ਕੇ ਉਹ ਹਰੀ ਪਰਮੇਸ਼ਰ ਦਾ ਰੂਪ ਹੀ ਹੋ ਗਿਆ ਹੈ। ਜੋ ਪਰਮੇਸ਼ਰ ਦੇ ਨਾਮ ਨੂੰ ਪਿੱਛੇ ਜਪਦੇ ਸੀ ਉਹ ਹਰੀ ਦਾ ਰੂਪ ਹੋ ਗਏ, ਜੋ ਹੁਣ ਹਰੀ ਦਾ ਨਾਮ ਜਪਦੇ ਨੇ ਉਹ ਹਰੀ ਦਾ ਰੂਪ ਹੋ ਰਹੇ ਨੇ। ਜਿਹੜੇ ਅੱਗੇ ਨੂੰ ਹਰੀ ਦਾ ਨਾਮ ਜਪਣਗੇ ਉਹ ਵੀ ਹਰੀ ਦਾ ਰੂਪ ਹੀ ਹੋ ਜਾਣਗੇ। ਨਟ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਟ ਰਾਗ ਦੇ ਵਿੱਚ ਬਖਸ਼ਿਸ਼ਾਂ ਰਹਿਮਤਾਂ ਕਰਦੇ ਨੇ। ਕੋਈ ਆਨ ਸੁਣਾਵੈ ਕੋਈ ਆ ਕੇ ਗੁਰਮੁਖ ਪ੍ਰੇਮੀ ਮੈਨੂੰ ਸੁਣਾਉਣਾ ਕਰੇ। ਹਰ ਕੀ ਹਰ ਗਾਲ, ਗਾਲ ਨਾਮ ਹੈ ਗੱਲ ਦਾ। ਹੇ ਭਾਈ, ਹਰੇਕ ਗੱਲਾਂ ਵਿੱਚੋਂ ਹਰੀ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਬਚਨ ਗੁਰਮੁਖ ਪ੍ਰੇਮੀ ਕੋਈ ਹੈ? ਕੋਈ ਆਵੈ ਸੰਦੋ ਹਰ ਕਾ ਜਨ ਸੰਦੋ, ਕੋਈ ਹੈ ਹਰੀ ਦਾ ਸੰਤ ਜਨ ਤੇ ਮੋਹੇ ਮਾਰਗ ਦਿਖਲਾਵੇ। ਇਹ ਸੱਚੇ ਪਾਤਸ਼ਾਹ ਬਿਨ ਹਰ ਹੈ ਕੋ ਕਹਾਂ ਬਤਾਵੋ, ਬਤਾਵੋ ਦੱਸੋ। ਬਿਨ ਹਰ, ਹਰੀ ਤੋਂ ਬਿਨਾ ਕੋ ਕੌਣ ਹੈ? ਕੋਈ ਹੈ? ਕੋਈ ਆਵੈ ਪ੍ਰੀਤਮ ਸੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ। ਮਹਾਰਾਜ ਤੋਂ ਬਗੈਰ ਵੈਸੇ ਕੋਈ ਨਹੀਂ ਹੈ, ਕਿਉਂਕਿ ਰੱਬ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਰਹਿੰਦਾ ਕਿੱਥੇ ਆ। ਸਭ ਤੋਂ ਵੱਡਾ ਤਾਂ ਦੁਨੀਆ ਵਿੱਚ ਵਿਸ਼ਨੂੰ ਹੈ, ਮਤਲਬ ਦੁਨੀਆ ਤੋਂ ਉੱਪਰਲੀ ਦੁਨੀਆ ਤੋਂ ਵੀ ਵੱਡਾ ਵਿਸ਼ਨੂੰ ਹੈ। ਉਹ ਵਿਚਾਰੇ ਨੂੰ ਖੁਦ ਆਪ ਨਹੀਂ ਪਤਾ ਵੀ ਪਰਮਾਤਮਾ ਕਿੱਥੇ ਰਹਿੰਦਾ ਹੈ। ਤੋ ਮੇਰੇ ਖਿਆਲ ਮੁਤਾਬਕ ਰੱਬ ਦੀ ਗੱਲ ਤਾਂ ਫਿਰ ਰੱਬ ਹੀ ਦੱਸ ਸਕਦਾ, ਜਿਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ, ਉਹਨੇ ਵੇਖਿਆ ਹੀ ਨਹੀਂ ਕਿ ਉਹਦਾ ਘਰ ਕਿੱਥੇ ਆ, ਉਹ ਰਹਿੰਦਾ ਕਿੱਥੇ ਆ, ਉਹ ਕਿਵੇਂ ਦਾ ਹੈ। ਫਿਰ ਦੱਸੋ ਕੌਣ ਦੱਸੇਗਾ? ਉਹ ਫਿਰ ਮਹਾਰਾਜ ਆਪ ਹੀ ਕਿਰਪਾ ਕਰੇ। ਸੋ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਖੁਦ ਆਪ ਨਾਰਾਇਣ ਆਪ ਦੀਆਂ ਘਰ ਦੀਆਂ ਗੱਲਾਂ, ਆਪ ਦੀਆਂ ਬਾਤਾਂ ਬਤਾਉਣ ਲਈ ਵੀ ਮੇਰੀ ਪ੍ਰਾਪਤੀ ਕਿਵੇਂ ਹੁੰਦੀ, ਮੈਂ ਕਿੱਥੇ ਰਹਿੰਦਾ। ਗੁਰੂ ਨਾਨਕ ਸਾਹਿਬ ਨਾਮ ਰਖਾ ਕੇ ਦੁਨੀਆ 'ਚ ਅਵਤਰਿਆ, ਤਾਂ ਫਿਰ ਉਹਨੇ ਸਾਰੀਆਂ ਗੱਲਾਂ ਬਾਤਾਂ ਗੁਰਬਾਣੀ ਵਿੱਚ ਦਸੀਆਂ। ਤੋ ਇਸ ਲਈ ਬਿਨਾਂ ਹਰੀ ਤੋਂ, ਬਿਨਾਂ ਗੁਰੂ ਨਾਨਕ ਸਾਹਿਬ ਤੋਂ ਕੋਈ ਦੱਸ ਨਹੀਂ ਸਕਦਾ। ਸੋ ਇਹ ਮਹਾਰਾਜ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ, ਕੋਈ ਗੁਰਮੁਖ ਪ੍ਰੇਮੀ ਜਾਂ ਗੁਰੂ ਮਹਾਰਾਜ ਸਾਨੂੰ ਆ ਕੇ ਸੁਣਾਉਣਾ ਕਰੇ। ਹਰੀ ਪਰਮੇਸ਼ਰ ਦੀ ਪ੍ਰਾਪਤੀ ਦੀ ਬਾਤ ਮੈਨੂੰ ਸੰਸਾਰਾਕਾਰ ਵਾਲੀ ਬਿਰਤੀ ਤੋਂ ਆਣ ਲਿਆ ਕੇ, ਮਤਲਬ ਮੋੜ ਕੇ
ਜਿਹੜੇ ਹਰਿਆ ਪਸ਼ੂ ਵਾਂਗ ਜਿਸ ਤਰ੍ਹਾਂ ਡੰਗਰ ਨੂੰ ਡੰਡੇ ਨਾਲ ਮੋੜ ਲਈਦਾ, ਇਸ ਤਰ੍ਹਾਂ ਬਿਰਤੀ ਬ੍ਰਹਮਾ ਕਰ ਕਰਕੇ ਹਰੀ ਪਰਮੇਸ਼ਰ ਦੀ ਗੱਲ ਸੁਣੋ ਨਾ ਕਰੇ। ਕੋਈ ਆਵੇ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਜਿਹਦੇ ਤੇ ਬਖਸ਼ਿਸ਼ ਹੋ ਗਈ ਹੈ। ਟਕਸਾਲੀ ਮਹਾਂਪੁਰਖਾਂ ਵਾਂਗ ਜਿਨ੍ਹਾਂ ਨੇ ਗੁਰਬਾਣੀ ਦੀ ਕਥਾ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਾਈ। ਧੰਨ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੋਈ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੇ। ਉਹਨਾਂ ਨੇ ਧਾਰਨਾ ਦਾ ਕੀਰਤਨ ਇਹੋ ਜਿਹਾ ਪ੍ਰਾਰੰਭ ਕੀਤਾ ਜੋ ਅੱਜ ਤੱਕ ਵੇਖੋ ਬੜੇ ਪਿਆਰ ਸਤਿਕਾਰ ਨਾਲ ਸੰਸਾਰ ਵਿੱਚ ਪ੍ਰਵਿਰਤ ਹੈ। ਉਹ ਕੀਰਤਨ ਭਗਤੀ ਦੇ ਦੁਆਰਾ ਮਹਾਰਾਜ ਦੀਆਂ ਬਾਤਾਂ ਮਾਰਦੇ, ਕਥਾ ਕਹਾਣੀਆਂ ਸੁਣਾਉਂਦੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਤੋ ਇੰਜ ਸੋ ਜਿਹੜੇ ਰੱਬ ਦੇ ਪਿਆਰ ਵਾਲੇ ਹਨ ਉਹ ਸਾਡੇ ਭਾਈ ਨੇ, ਸਾਡੇ ਵੀਰ ਨੇ, ਮਹਾਂਪੁਰਖ ਸੰਤ ਰੱਬ ਦੇ ਪਿਆਰੇ। ਤਿਸ ਕਹੋ ਬਲ ਬਲ ਬਾਲ। ਹਾਂਜੀ, 2 ਵਾਰੀ ਹੈ। ਤਿਸ ਕੋ ਹੋ ਬਲ ਬਲ ਬਾਲ। ਤਿਸ ਗੁਰਮੁਖ ਜਨ ਦੇ ਉੱਪਰੋਂ, ਸੰਤ ਜਨ ਦੇ ਉੱਪਰੋਂ ਅਸੀਂ ਮਨ ਕਰਕੇ ਬਲ ਬਲਿਹਾਰ, ਬਾਣੀ ਕਰਕੇ ਬਲ ਬਲਿਹਾਰ, ਤੇ ਸਰੀਰ ਕਰਕੇ ਬਾਲ ਬਲਿਹਾਰ ਜਾਂਦੇ ਆ। ਇਸੇ ਪ੍ਰਕਾਰ ਤਿਸ ਕਹੋ ਬਲ ਬਲ ਬਾਲ। ਬਾਲ ਰੋਮ ਰੋਮ ਕਰਕੇ ਬਲਿਹਾਰ ਕੁਰਬਾਨ ਜਾਂਦੇ ਆ। ਉਸ ਬਲੀ ਪੁਰਖ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਸੋ ਹਰ ਜਨ ਹੈ ਭਲ ਭਾਲ। ਉਹ ਪਰਮੇਸ਼ਰ ਦਾ ਦਾਸ ਹੈ ਤੇ ਭਲਿਆਂ ਤੋਂ ਭਲਾ ਸ੍ਰੇਸ਼ਟ ਹੈ। ਹਰ ਹੋ ਮੇਲ ਨਿਹਾਲ। ਹੇ ਭਾਈ, ਜਦ ਹਰੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਏ ਤਦ ਨਿਹਾਲ ਪ੍ਰਸੰਨ ਆਨੰਦਿਤ ਹੋ ਜਾਈਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਕਾ ਮਾਰਗ ਗੁਰ ਸੰਤ ਬਤਾਇਓ। ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਸਤਿਗੁਰੂ ਸੰਤਾਂ ਨੇ ਕਿਰਪਾ ਕਰਕੇ ਅਧਿਕਾਰੀਆਂ ਨੂੰ ਦੱਸਣਾ ਕੀਤਾ ਹੈ। ਗੁਰ ਚਾਲ ਦਿਖਾਈ ਹਰ ਚਾਲ। ਪਰ ਜੋ ਹਰੇਕ ਮਰਿਆਦਾ ਵਿੱਚੋਂ ਪਰਮੇਸ਼ਰ ਦੀ ਭਗਤੀ ਵਿੱਚ ਚੱਲਣਾ, ਇਹ ਗੁਰੂ ਸਾਹਿਬ ਨੇ ਮਰਿਆਦਾ ਦਿਖਾਈ ਹੈ। ਜਾਂ ਸੰਸਾਰਕ ਚਾਲਾਂ ਹਰਨ ਕਰਕੇ ਗੁਰਾਂ ਨੇ ਹਰੀ ਦੀ ਪ੍ਰਾਪਤੀ ਦੀ ਚਾਲ ਦਿਖਾਈ ਹੈ। ਅੰਤਰ ਕਪਟ ਚੁਕਾਵਹੁ ਮੇਰੇ ਗੁਰ ਸਿੱਖਹੁ। ਇਹ ਮੇਰੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖੋ, ਆਪਣੇ ਹਿਰਦੇ ਦੇ ਅੰਦਰੋਂ ਕਪਟ ਚੁਕਾ ਦਿਓ। ਜੇ ਤੁਸੀਂ ਗੁਰਦੁਆਰੇ ਦੇ ਅੰਦਰੋਂ ਕੁਝ ਲੈਣਾ ਚਾਹੁੰਦੇ ਹੋ ਤਾਂ ਇੱਥੇ ਲੜਾਈ ਛੱਡ ਦਿਓ, ਝਗੜਾ ਛੱਡ ਦਿਓ, ਈਰਖਾ ਛੱਡ ਦਿਓ, ਵਲ ਵੜਿੰਗ ਵਾਲੀਆਂ ਗੱਲਾਂ ਛੱਡ ਦਿਓ। ਜੋ ਛਲ ਕਰਨਾ ਹੈ, ਛਲ ਦਾ ਮਤਲਬ ਹੈ ਕਿਸੇ ਨੂੰ ਧੋਖੇ 'ਚ ਲਿਜਾ ਕੇ, ਝੂਠ ਬੋਲ ਕੇ ਉਹਦੇ ਤੋਂ ਠੱਗੀ ਮਾਰਨੀ ਹੈ, ਇਹ ਛਲ ਕਰਨਾ ਛੱਡ ਦਿਓ। ਅੰਦਰੋਂ ਬਾਹਰੋਂ ਇੱਕ ਹੋਣਾ ਕਰੋ, ਤੋ ਵਲ ਛਲ ਚੁਕਾਉਣਾ ਕਰੋ, ਦੂਰ ਕਰੋ। ਨਹਿ ਕਪਟ ਕਮਾਵਹੁ ਹਰ ਕੀ ਹਰ ਕਾਲ। ਜੋ ਹਰੇਕ ਕਮਾਈਆਂ ਵਿੱਚੋਂ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਭਗਤੀ ਰੂਪ ਕਮਾਈ ਹੈ, ਇਸ ਨੂੰ ਨਿਰਛਲ ਹੋ ਕੇ ਕਮਾਉਣਾ ਕਰੋ। ਨਿਹਾਲ ਨਿਹਾਲ ਨਿਹਾਲ। ਫਿਰ ਜੋ ਸਾਰਿਆਂ ਨੂੰ ਦ੍ਰਿਸ਼ਟਾ ਰੂਪ ਹੋ ਕੇ ਦੇਖਣ ਵਾਲਾ ਬ੍ਰਹਮ ਹੈ, ਉਸ ਦੇ ਦਰਸ਼ਨ ਨੂੰ ਵੇਖ ਕੇ ਪ੍ਰਸੰਨ ਆਨੰਦਿਤ ਹੋ ਜਾਵੋਗੇ। ਜਾਂ ਸਤਿਯੁਗ ਦੇ ਵਿੱਚ ਨਿਹਾਲ, ਤ੍ਰੇਤੇ ਵਿੱਚ ਵੀ ਨਿਹਾਲ, ਦੁਆਪਰ ਵਿੱਚ ਵੀ ਨਿਹਾਲ, ਤੇ ਕਲਯੁਗ ਦੇ ਵਿੱਚ ਵੀ ਨਿਹਾਲ ਹੋ ਜਾਵੋਗੇ। ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ। ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਸਿੱਖ ਮੇਰੇ ਹਰੀ ਪਰਮੇਸ਼ਰ ਨੂੰ ਚੰਗੇ ਲੱਗੇ ਨੇ, ਪਾ ਗਏ ਹਨ। ਜਿਨਾ ਹਰ ਪ੍ਰਭ ਜਾਣਿਓ ਮੇਰਾ ਨਾਲ। ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਮੇਰਾ ਹਰੀ ਪਰਮੇਸ਼ਰ ਹਰ ਵਕਤ ਆਪਣੇ ਨਾਲ ਜਾਣਿਆ ਹੈ।
ਜਨ ਨਾਨਕ ਕਾ ਮਤ ਹਰ ਪ੍ਰਭ ਦੀਨੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਨੂੰ ਜਨ ਦਾਸ ਨੂੰ ਗੁਰਾਂ ਨੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਮਤ ਸਿੱਖਿਆ ਦਿੱਤੀ, ਬਖਸ਼ਿਸ਼ ਕੀਤੀ ਹੈ। ਹਰ ਦੇਖ ਨਿਕਟ ਹਦੂਰ। ਤਦ ਹਰੀ ਪਰਮੇਸ਼ਰ ਨੂੰ ਨੇੜੇ ਤੋਂ ਵੀ ਨੇੜੇ ਹਾਜ਼ਰ ਨਾਜ਼ਰ ਦੇਖਣਾ ਕੀਤਾ। ਨਿਹਾਲ 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 ਨਿਹਾਲ। ਹਾਂਜੀ, 4 ਵਾਰੀ ਸਹੀ ਪੜਿਆ। ਅਤੇ ਸਾਰਿਆਂ ਦੇ ਤਾਈਂ ਦ੍ਰਿਸ਼ਟਾ ਰੂਪ ਹੋ ਕੇ ਨਿਹਾਲ ਵੇਖਣ ਵਾਲੇ, ਨਿਹਾਲ ਆਨੰਦ ਸਰੂਪ ਪਰਮੇਸ਼ਰ ਦੇ ਦਰਸ਼ਨ, ਨਿਹਾਲ ਵੇਖ ਕੇ ਨਿਹਾਲ ਪ੍ਰਸੰਨ ਆਨੰਦਿਤ ਹੋ ਗਏ। ਇਹ 4 ਅਰਥ ਆਏ ਨੇ। ਜਾਂ ਉਸ ਨਿਹਾਲ ਆਨੰਦ ਸਰੂਪ ਦੇ ਦਰਸ਼ਨ ਕਰਕੇ ਮਨ ਬਾਣੀ ਸਰੀਰ ਕਰਕੇ ਨਿਹਾਲ ਹੋ ਗਏ। ਜਾਂ ਚਤੁਸ਼ਟ ਅੰਧਕਰਨ ਨਿਹਾਲ ਹੋ ਗਿਆ ਹੈ। ਰਾਗ ਨਟ ਨਾਰਾਇਣ ਮਹੱਲਾ ਪੰਜਵਾ। ਨਟ ਨਾਰਾਇਣ ਰਾਗ ਦੇ ਵਿੱਚ ਦੀਨ ਦੁਨੀਆ ਦੇ ਵਾਲੀ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਪਹਿਲਾਂ ਚੌਥੇ ਪਾਤਸ਼ਾਹ ਜੀ ਦੀ ਜੋ ਇਹ ਗੁਰਬਾਣੀ ਚੌਪ ਦੇ ਸ਼ਬਦ ਪੜਤਾਲ ਇਹ ਸੰਪੂਰਨ ਹੋਏ। ਹੁਣ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਮ ਹੇ ਪਰਮੇਸ਼ਰ ਹਉ ਕਿਆ ਜਾਣ ਕਿਆ ਮੈਂ ਕੀ ਜਾਣਾ ਕਿਆ ਕਿ ਪਾਵੈ। ਤੈਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ, ਕਿਹੜਾ ਸਾਧਨ ਤੈਨੂੰ ਭਾਉਂਦਾ ਜਿਸ ਨਾਲ ਕਿ ਤੂੰ ਪ੍ਰਾਪਤ ਹੁੰਦਾ ਹੈ। ਮਨ ਪਿਆਸ ਬਹੁਤ ਦਰਸਾਵੈ। ਹੇ ਅੰਤਰਜਾਮੀ ਤੇਰੇ ਦਰਸ਼ਨਾਂ ਦੀ ਮੇਰੇ ਮਨ ਵਿੱਚ ਅਤਿਅੰਤ ਪਿਆਸ ਚਾਹਣਾ ਇੱਛਾ ਲੱਗੀ ਹੋਈ ਹੈ। ਰਹਾਉ ਵਿਸ਼ਰਾਮ ਦੇ ਘਰ ਫੁਰਮਾਨ ਕਰਦੇ ਨੇ। ਸੋਈ ਗਿਆਨੀ ਉਹੀ ਗਿਆਨੀ ਹੈ, ਸੋਈ ਜਨ ਤੇਰਾ ਉਹੀ ਤੇਰਾ ਭਗਤ ਜਨ ਹੈ। ਜਿਸ ਉਪਰ ਰੁਚਿ ਆਵੈ। ਇਹ ਪਰਮੇਸ਼ਰ ਜਿਹਦੇ ਉੱਪਰ ਤੇਰੀ ਰੁਚੀ ਆ ਜਾਵੇ ਉਹੀ ਤੇਰੇ ਸਰੂਪ ਦਾ ਗਿਆਨੀ ਹੈ, ਉਹੀ ਤੇਰਾ ਭਗਤ ਜਨ ਹੈ। ਕਿਰਪਾ ਕਰਹੁ ਜਿਸ ਪੁਰਖ ਵਿਧਾਤੇ। ਜੇ ਤਾਂ ਬਰਾਬਰ ਤੇਰਾ ਰਾਹ ਹੋਵੇ ਫਿਰ ਤਾਂ ਪਾਖਾਂਗੇ ਕਿਰਪਾ। ਜਿਸ ਤਰ੍ਹਾਂ ਕ੍ਰਿਸ਼ਨ ਦੇ ਪੈਰ 'ਚ ਰਾਰਾ ਹੁੰਦਾ ਤੇ ਆਪਾਂ ਕਹਿੰਦੇ ਹਾਂ ਕ੍ਰਿਸ਼ਨ, ਕਿਰਸ਼ਨ ਨਹੀਂ ਹੁੰਦਾ। ਇਸੇ ਤਰ੍ਹਾਂ ਜੇ ਤਾਂ ਬਰਾਬਰ ਤੇ ਰਾਰਾ ਫਿਰ ਤਾਂ ਉਚਾਰਨ ਬਣਦਾ ਹੈ ਕਿਰਪਾ। ਪਰ ਇਹ ਪੈਰ ਦੇ ਵਿੱਚ ਰਾਰਾ ਹੋਣ ਕਰਕੇ ਜਿਵੇਂ ਕ੍ਰਿਸ਼ਨ ਬੋਲਦੇ ਆ ਇਹ ਤਾਂ ਕਿਰਪਾ ਉਚਾਰਨ ਬਣਦਾ ਹੈ। ਇਹ ਫਲ ਪ੍ਰਦਾਤੇ ਪਰਮੇਸ਼ਰ ਇਹ ਪੂਰਨ ਜਿਸ ਉਤੇ ਤੂੰ ਕਿਰਪਾ ਕਰੋ, ਕਿਰਪਾ ਦਇਆ ਦ੍ਰਿਸ਼ਟੀ ਕਰੋ ਕਰਦਾ ਹੈ। ਸੋ ਸਦਾ ਸਦਾ ਤੁਧ ਧਿਆਵੈ। ਉਹ ਸਦਾ ਹਮੇਸ਼ਾ ਵਾਸਤੇ ਤੇਰੇ ਸਰੂਪ ਦੇ ਧਿਆਨ ਵਿੱਚ ਜੁੜਿਆ ਰਹਿੰਦਾ ਅਤੇ ਸਦਾ ਹਮੇਸ਼ਾ ਧਿਆ ਕਰ ਬਿਰਤੀ ਕਰਕੇ ਤੈਨੂੰ ਧਿਆਉਂਦਾ ਰਹਿੰਦਾ ਹੈ। ਕਾਵਨ ਜੋਗਾ ਇਹ ਪਰਮੇਸ਼ਰ ਮੰਤਰ ਜੋਗ, ਹਠ ਜੋਗ, ਇਹਨਾਂ ਵਿੱਚੋਂ ਕਿਹੜਾ ਜੋਗ ਦਸੀਏ? ਕਾਵਨ ਗਿਆਨ ਧਿਆਨਾ। ਉਹ ਸੰਬੰਧ ਗਿਆਨ, ਭੇਦ ਗਿਆਨ ਆਦਿ ਵਿੱਚੋਂ ਕਿਹੜਾ ਗਿਆਨ ਦਸੀਏ ਤੇ ਉਹ ਕਿਹੜਾ ਧਿਆਨ ਦਸੀਏ ਜਿਹਦੇ ਨਾਲ ਤੂੰ ਪ੍ਰਾਪਤ ਹੁੰਦਾ ਹੈ। ਕਾਵਨ ਗੁਣੀ ਰੀਝਾਵੈ। ਅਤੇ ਉਹ ਕਿਹੜੇ ਗੁਣ ਨੇ ਜਿਹਦੇ ਨਾਲ ਕਿ ਤੈਨੂੰ ਪ੍ਰਸੰਨ ਕਰ ਸਕੀਏ। ਮਹਾਰਾਜ ਆਪ ਜੀ ਦੱਸੋ। ਚਿੱਤ ਦੀ ਬਿਰਤੀ ਦਾ ਨਿਰੋਧ ਕਰਨਾ ਹੀ ਯੋਗ ਹੈ। ਚਿੱਤ ਬਿਰਤੀ ਨਿਰੋਧ ਸਾ ਯੋਗਾ। ਬ੍ਰਹਮ ਆਤਮਾ ਦਾ ਭੇਦ ਨਿਸ਼ਚੈ ਕਰਨਾ ਹੀ ਗਿਆਨ ਹੈ।
ਮਤਲਬ ਜਿਹੜੀਆਂ ਚਿੱਤ ਦੀਆਂ ਬਿਰਤੀਆਂ ਸਾਡੀਆਂ ਸੰਸਾਰ ਵਿੱਚ ਵਿਕਾਰਾਂ 'ਚ ਖਿੰਡੀਆਂ ਹੋਈਆਂ ਨੇ, ਇਹਨੂੰ ਕਥਾ ਕੀਰਤਨ ਦੀ ਚੁੰਬਕ ਲੈ ਕੇ ਤੇ ਰੋਕ ਕੇ ਗੁਰਦੁਆਰੇ ਦੇ ਅੰਦਰ ਟਿਕਾਈ ਰੱਖਣਾ, ਜਾਂ ਮਨ ਦੇ ਅੰਦਰ ਅੰਤःਕਰਨ 'ਚ ਇਹਨੂੰ ਰੋਕ ਕੇ ਰੱਖਣਾ, ਕਾਬੂ ਕਰਕੇ ਰੱਖਣਾ, ਇਹਦਾ ਨਾਮ ਹੈ ਯੋਗ। ਯੋਗ ਦਾ ਅਖਰੀ ਅਰਥ ਹੈ ਜੁੜਨਾ। ਜੁੜਨਾ, ਕੋਈ ਮਾਂ ਨਾਲ ਜੁੜਦਾ, ਕੋਈ ਭੈਣ ਨਾਲ ਜੁੜਦਾ, ਕੋਈ ਭਰਾ ਨਾਲ ਜੁੜਦਾ, ਕੋਈ ਆਪਦੇ ਬੱਚਿਆਂ ਪਰਿਵਾਰ ਨਾਲ ਜੁੜਦਾ, ਕੋਈ ਦੇਵੀ ਦੇਵਤਿਆਂ ਨਾਲ ਜੁੜਦਾ, ਕੋਈ ਪੀਰਾਂ ਫਕੀਰਾਂ ਨਾਲ ਜੁੜਦਾ, ਕੋਈ ਆਪਦੇ ਸਰੀਰ ਦੇ ਨਾਲ ਹੀ ਮੇਰੇ ਵਰਗਾ ਕਦੀ ਇਹਨੂੰ ਸਵਾ ਲਿਆ, ਕਦੀ ਨਵਾ ਲਿਆ, ਕਦੀ ਸੋਹਣੇ ਕੱਪੜੇ ਪਾ ਕੇ ਇਹਨੂੰ ਪਾਰਟੀ 'ਤੇ ਲੈ ਗਏ, ਕੋਈ ਸਰੀਰ ਨਾਲ ਜੁੜਿਆ। ਪਰ ਆਪਾਂ ਨੇ ਜੁੜਨਾ ਹੈ ਹਰ ਜਗ੍ਹਾ ਸਭ ਨਿਵਨ। ਜਿਹੜਾ ਰੱਬ ਨਾਲ ਜੁੜ ਗਿਆ ਸੋ ਜੋਗੀ ਹੈ। ਚਿੱਤ ਦੀ ਬਿਰਤੀ ਨੂੰ ਨਿਰੋਧ ਕਰਕੇ ਜਿਹੜਾ ਮਨ ਨੂੰ ਰੱਬ ਦੇ ਨਾਮ 'ਚ ਜੋੜਨਾ ਸੋ ਯੋਗ ਹੈ। ਬ੍ਰਹਮ ਅਕਾਲ ਪੁਰਖ ਪਰਮਾਤਮਾ ਅਤੇ ਆਤਮਾ ਸਾਡੀ ਜੀਵ ਆਤਮਾ ਬ੍ਰਹਮ ਦੀ ਅੰਸ਼। ਸੋ ਬ੍ਰਹਮ ਆਤਮਾ ਦਾ ਆਪਸ 'ਚ ਅਭੇਦ ਨਿਸ਼ਚੈ ਕਰਨਾ ਇਹੀ ਗਿਆਨ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਅਤੇ ਜਿਹੜਾ ਧੇਅ ਦਾ ਰੂਪ ਹੀ ਹੋ ਜਾਣਾ, ਧਿਆਉਂਦਿਆਂ ਧਿਆਉਂਦਿਆਂ ਇਹ ਧਿਆਨ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਸੋ ਜਿਹੜਾ ਧਿਆਨ ਕਰਦਿਆਂ ਧੇਅ ਦਾ ਰੂਪ ਹੋ ਜਾਣਾ ਇਹ ਧਿਆਨ ਹੈ। ਸਤ ਸੰਦੋਖ ਆਦਿਕ ਸ਼ੁਭ ਗੁਣ ਕੋਲ ਹੋਣ ਤਾਂ ਪ੍ਰਭੂ ਪ੍ਰਸੰਨ ਹੁੰਦਾ ਹੈ। ਸੋਈ ਜਾਨਾ ਸੋਈ ਨਿਜ ਭਗਤਾ, ਉਹੀ ਤੇਰਾ ਭਗਤ ਜਨ ਜਾਂ ਜਨ ਪਿਆਰਾ, ਤੇ ਉਹੀ ਨਿਜ ਸਵੈ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਤੇਰਾ ਭਗਤ ਹੈ। ਜੈਸੇ ਉਪਰ ਰੰਗ ਲਾਵੈ, हे ਪਰਮੇਸ਼ਰ, ਜਿਹਦੇ ਹਿਰਦੇ ਉੱਪਰ ਤੂੰ ਰੰਗ ਪ੍ਰੇਮ ਰੂਪੀ ਰੰਗ ਲਾ ਦਿੰਦਾ ਹੈ। ਸਾਈ ਮਾਤਾ, ਉਹੀ ਸ਼ਾਸਤਰ ਗਿਆਨ ਵਾਲੀ ਮਤ ਜਾਣੀ ਚੰਗੀ ਮਤ ਹੈ। ਸਾਈ ਬੁੱਧ ਸਿਆਣਪ, ਉਹੀ ਸਰੂਪ ਦੀ ਲਖਣਾ ਵਾਲੀ ਸਿਆਣਪ ਦੇ ਸਹਿਤ ਬੁੱਧੀ ਹੈ। ਜੈਤਾ ਨਿਮਖ ਨਾ ਪ੍ਰਭੂ ਬਿਸਰਾਵੈ, ਪ੍ਰਭ ਬਿਸਰਾਵੈ। ਜਿਸ ਕਰਕੇ ਨਿਮਖ ਅੱਖ ਦੇ ਚਮਕਣ ਜਿੰਨੇ ਸਮੇਂ ਵਿੱਚ ਪਰਮੇਸ਼ਰ ਨੂੰ ਨਾ ਭੁਲਾਵੇ, ਇਹ ਨਾ ਬੁੱਧ ਬੋ ਸ਼ਾਸਤਰ ਪੜ੍ਹੇ, ਇਹ ਨਾ ਬੁੱਧ ਬੋ ਤੋੜੇ ਗੜੇ, ਇਹ ਨਾ ਬੁੱਧ ਬੋ ਦੇਸ ਕਮਾਏ, ਤੇ ਸਰਬ ਇਸ ਤਰ੍ਹਾਂ ਜਿਹੜੀ ਬੁੱਧੀ ਹੈ ਇਹ ਸਭ ਤੋਂ ਉੱਤਮ ਉਹਦੀ ਹੈ। ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਉ। ਜਿਹੜਾ ਅਥੈ ਕਰਕੇ ਪ੍ਰੀਤਮ ਪਿਆਰਾ, ਉਹਦਾ ਜਿਹੜਾ ਨਾਮ ਹੈ ਉਹ ਮਨ ਦੇ ਵਿੱਚ ਪਿਆਰਾ ਲੱਗੇ। ਇਹੀ ਸਭ ਤੋਂ ਉੱਤਮ ਬੁੱਧੀ ਹੈ ਕਿ ਇੱਕ ਨਿਮਖ ਮਾਤਰ ਵੀ ਵਾਹਿਗੁਰੂ ਜੀ ਨਾਮ ਭੁੱਲੇ। ਸੰਤ ਸੰਗ ਲਾਗਾ ਇਹੋ ਸੁਖ ਪਾਇਓ, ਸ਼ਾਂਤ ਆਤਮਾ ਵਾਲੇ ਗੁਰਾਂ ਦੀ ਸੰਗਤ ਚਲਾ ਕੇ ਇਹ ਸੁਖ ਪਾਇਆ ਹੈ। ਹਰ ਗੁਣ ਸਦ ਹੀ ਗਾਵੈ, ਜਿਹੜਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਹਮੇਸ਼ਾ ਹੀ ਗਾਉਣਾ ਕੀਤਾ ਹੈ। ਦੇਖਿਓ ਅਚਰਜ ਮਹਾ ਮੰਗਲ ਰੂਪ, ਵੱਡੇ ਮੰਗਲ ਆਨੰਦ ਸਰੂਪ ਅਤੇ ਆਸ਼ਚਰਜ ਸਰੂਪ ਪਰਮੇਸ਼ਰ ਨੂੰ ਦੇਖਣਾ ਕੀਤਾ ਹੈ। ਆਨ ਨਹੀਂ ਦਿਸ ਟਾਵੈ, ਆਣ ਕੁਝ ਹੋਰ ਸਾਨੂੰ ਦ੍ਰਿਸ਼ਟੀ ਵਿੱਚ ਹੀ ਨਹੀਂ ਆਉਂਦਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਰ, ਪ੍ਰਭ ਨ ਨਹੀਂ ਜਾਣੀਐ। ਪੱਖੇ ਥੱਲੇ ਬੈਠੋ। ਕਹੋ ਨਾਨਕ ਮੋਰਚਾ ਗੁਰ ਲਾਹਿਓ, ਮੋਰਚਾ ਨਾਮ ਸਾਧ ਸੰਗਤ ਜੀ ਜੰਗਾਲ ਦਾ ਹੈ। ਇਹ ਸਾਡੇ ਮਨ ਰੂਪ ਲੋਹੇ ਨੂੰ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਆਦਿਕ ਦਾ ਜੰਗਾਲ ਲੱਗਾ ਹੋਇਆ ਹੈ। ਇਹ ਗੁਰਦੁਆਰੇ ਲੱਥਦਾ ਹੈ ਹਰੇਕ ਮਰਨ ਨਾਲ। ਮਸਕਲ ਹੋਏ ਜੰਗਾਲੀ ਰਾਮਕਲੀ ਦੀ ਤੀਸਰੀ ਵਾਰ 'ਚ ਮਸਕਲ ਅੱਖਰ ਆਇਆ ਸੀਗਾ ਦੁਬਈ ਦੇ ਵਿੱਚ। ਮੈਂ ਤਾਂ ਗਿਆ ਨਹੀਂ, ਪਰ
ਜਿਹੜੇ ਗੁਰਮੁਖ ਗਏ ਨੇ ਉਹਨਾਂ ਦੱਸਿਆ ਵੀ ਡਬਈ 'ਚ ਰੇਗਮਰ ਨੂੰ ਮਸਕਲਾ ਕਹਿੰਦੇ ਨੇ। ਅਤੇ ਮਹਾਰਾਜ ਦੇ ਸ਼ਬਦ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੇ ਵਿੱਚ ਇਹੋ ਜਿਹਾ ਮਨ ਰੇਗਮਰ ਦੇ ਨਾਲ, ਰੇਗਮਰ ਬਾਰ-ਬਾਰ ਘਸਾਈ ਜਾਈਦਾ ਉਹ ਖਤਮ ਹੋ ਜਾਂਦਾ ਹੈ ਤਾਂ ਕਿਤੇ ਮਾੜਾ ਮੋਟਾ ਜੰਗਾਲ ਉਤਰਦਾ ਹੈ। ਜੇ ਕਹੀਏ ਵੀ ਇੱਕ ਵਾਰ ਟੂਣਾ ਕਰ ਦਿਓ, ਉਹ ਜਿਸ ਤਰ੍ਹਾਂ ਕਹਿੰਦੇ ਨੇ ਵੀ ਕੱਪੜੇ 'ਚ ਨਾਰੀਅਲ ਲਪੇਟ ਕੇ ਅਤੇ ਉੱਤੇ ਫੁੱਲ ਪੱਤੀਆਂ ਰੱਖ ਕੇ ਅਤੇ ਮੱਥਾ, ਉਹ ਮੱਥੇ ਵਾਲੀ ਗੱਲ ਨਹੀਂ। ਇੱਥੇ ਕੋਈ ਜਾਦੂ ਦਾ ਕੰਮ ਨਹੀਂ ਹੈ। ਇਹ ਨਹੀਂ ਵੀ ਗੁਰਦੁਆਰੇ ਆਏ ਅਤੇ ਮਨ ਨੇ ਜਾਦੂ ਮਾਰਤਾ, ਸਿਰ 'ਤੇ ਘੁਮਾ ਕੇ ਚੱਲ ਬਈ, ਉਹੋ ਜਿਹੀ ਗੱਲਬਾਤ ਨਹੀਂ ਹੈ। ਗੁਰੂ ਸਾਹਿਬ ਨੇ ਤਰੀਕੇ ਨਾਲ ਬੰਦੇ ਨੂੰ ਸਮਝਾਇਆ ਹੈ, ਮਤਲਬ ਕੋਈ ਜਾਦੂ ਨਹੀਂ ਕੀਤਾ। ਉਹਨੂੰ ਆਖਿਆ ਭਾਈ ਚੰਗਾ ਬਣ ਅਤੇ ਹੌਲੀ ਹੌਲੀ ਕਥਾ ਕੀਰਤਨ ਸੁਣ, ਮਹਾਰਾਜ ਦੇ ਸ਼ਬਦ ਦਾ ਜਾਪ ਕਰ, ਅਤੇ ਫਿਰ ਥੋੜ੍ਹਾ ਥੋੜ੍ਹਾ ਮਨ ਬਣਦਾ, ਬੰਦਾ ਕੇਸ ਰੱਖਦਾ, ਫਿਰ ਅੰਮ੍ਰਿਤ ਛਕਦਾ, ਫਿਰ ਸੇਵਾ ਕਰਦਾ, ਫਿਰ ਚਿੱਤ ਬਾਣੀ 'ਚ ਜੁੜਦਾ। ਹੌਲੀ ਹੌਲੀ ਜਿਹੜਾ ਮਨ ਹੈ, ਜਿਵੇਂ ਭਾਈ ਜੋਗਾ ਸਿੰਘ ਨੇ ਆਖਿਆ ਸੀਗਾ ਵੀ ਇਹ ਸੱਚੇ ਪਾਤਸ਼ਾਹ ਜਿੰਨਾ ਬਰਤਨ ਨੂੰ ਮਾਂਝੀਏ ਗੁਰਦੁਆਰੇ ਦੇ ਬਰਤਨ ਨੂੰ, ਉਹਨਾਂ ਮਨ ਜਿਹੜਾ ਸਾਫ਼ ਹੁੰਦਾ। ਤੋ ਇਸ ਤਰ੍ਹਾਂ ਜਿਹੜਾ ਮਨ ਹੈ ਉਹ ਗੁਰੂ ਮਹਾਰਾਜ ਦੀ ਸੇਵਾ ਕਰਨ ਦੇ ਨਾਲ ਅਤੇ ਕਥਾ ਕੀਰਤਨ ਦੇ ਨਾਲ, ਇਹ ਮਸਲਣ ਦੇ ਨਾਲ, ਰੇਗਮਰ ਦੇ ਨਾਲ ਤਾਂ ਸਾਫ਼ ਹੁੰਦਾ ਹੈ। ਗੁਰੂ ਸਾਹਿਬ ਨੇ ਹੌਲੀ ਹੌਲੀ ਕਰ ਕਰਕੇ ਇਹਦਾ ਰੇਗਮਰ ਅਤੇ ਮੋਰਚਾ ਲਾ ਦਿੱਤਾ। ਮੋਰਚਾ ਜਿਹੜਾ ਜੰਗਾਲ ਲੱਗਾ ਹੋਇਆ ਸੀਗਾ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤੋ ਦੇਵੈ, ਤੋ ਨਾਨਕ ਦ੍ਰਿਸ਼ਟਸ ਦੇਹ। ਇਹ ਕਾਮ ਗ੍ਰੋਹ ਲੋਹ ਮੋਹ ਦਾ, ਹੰਕਾਰ ਦਾ ਜੰਗਾਲ ਲਾ ਸੁੱਟਿਆ। ਇਹ ਇੱਕ ਦਿਨ ਦੀ ਗੱਲ ਨਹੀਂ ਹੈ, ਇੱਕ ਜਨਮ ਵੀ ਲੱਗ ਸਕਦਾ ਜਾਂ ਹੋਰ ਜਨਮ ਵੀ ਲੱਗ ਸਕਦਾ, ਅਤੇ ਪਹਿਲੇ ਦਿਨ ਹੀ ਨਹੀਂ ਕੁਛ ਵੀ ਹੁੰਦਾ ਹੈ। ਇਉਂ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਤਹਿ ਗਰਭ ਜੋਨ ਕਹਿ ਆਵੈ। ਆਹ ਜਿਹੜਾ ਪੱਥਰ ਹੀ ਹੈ, ਪੱਥਰ ਇਹਨੂੰ ਵੀ ਘਸਾ ਕੇ ਚਿੱਟਾ ਕੀਤਾ ਹੋਇਆ। ਜੇ ਘਸਾਓ ਨਾ ਦੇ ਫਿਰ ਚਿੱਟਾ ਨਿਕਲਦਾ ਨਹੀਂ ਹੈ, ਤਾਂ ਇੰਜ ਕੱਪੜੇ ਨੂੰ ਵੀ ਧੋਣਾ ਪੈਂਦਾ। ਇਉਂ ਜਿਹੜਾ ਮਨ ਹੈ, ਮਨ ਦੀ ਸਫਾਈ ਵੀ ਕਰਨੀ ਪਊਗੀ ਫਿਰ ਡੇਲੀ। ਜੇ ਹਫ਼ਤਾ ਖੰਡ ਕਿਤੇ ਘਰ ਨੂੰ ਜਿੰਦਰਾ ਮਾਰ ਕੇ ਰਿਸ਼ਤੇਦਾਰੀ ਜਾਂ ਕਿਤੇ ਯਾਤਰਾ 'ਤੇ ਹੀ ਚਲੇ ਜਾਓ, ਆਉਂਦਿਆਂ ਨੂੰ ਘਰ ਉੱਪਰ ਦੀ ਪੈਂਦਾ ਹੈ ਸਿਰ ਦੇ ਵਾਲਾਂ ਨੂੰ ਵੀ ਤੁਸੀਂ ਗਏ ਕਿੱਥੇ ਸੀ। ਮਤਲਬ ਇੰਨੀ ਸਮੈਲ ਆਉਂਦੀ ਹੈ, ਬੰਦਾ ਅੰਦਰ ਵੜ ਨਹੀਂ ਸਕਦਾ। ਬੂਹਾ ਖੋਲ੍ਹ ਕੇ ਅਗਲਾ ਕਹੂਗਾ ਵੀ 10 ਮਿੰਟ ਬਾਹਰ ਖੜ੍ਹ, ਇਹ ਤੈਨੂੰ ਸਜ਼ਾ ਹੈ ਵੀ ਤੂੰ ਮੈਨੂੰ ਬੰਦ ਕਿਉਂ ਰੱਖਿਆ। ਪਹਿਲਾਂ ਬੂਹੇ ਬਾਰੀਆਂ ਖੋਲੋਂਗੇ, ਅੱਜ ਕੱਲ੍ਹ ਤਾਂ ਉਹ ਹੀ ਗਰਮੀ ਬੜੀ ਹੈ, ਸੜਿਆਣ ਮਾਰਨ ਲੱਗ ਪੈਂਦੇ ਕਮਰੇ, ਇੰਨਾ ਹੁਮਸ ਹੋ ਜਾਂਦਾ। ਤੋ ਘਰ ਵੀ ਤੁਹਾਨੂੰ ਕਹੂਗਾ ਵੀ ਇੱਥੇ ਰੋਜ਼ ਲੀਰ ਫੇਰੋ, ਕੱਪੜਾ ਫੇਰੋ, ਸ਼ੀਸ਼ੇ ਰੋਜ਼ ਸਾਫ਼ ਕਰਨੇ ਪੈਂਦੇ, ਪੱਥਰ 'ਤੇ ਰੋਜ਼ ਲੀਰ ਫੇਰਨੇ ਪੈਂਦੇ। ਜੇ ਤੁਸੀਂ ਹਫ਼ਤੇ ਮਹੀਨੇ ਦੀ ਸਫਾਈ ਕਹੋਗੇ ਵੀ ਆਪਾਂ ਇਕੱਠੀ ਮੱਸਿਆ ਜਾਂ ਸੰਗਰਾਂਦ ਵਾਲੇ ਦਿਨ ਹੀ ਲਾਮਾ ਲਾ ਦਿਆਂਗੇ, ਜਾਂ ਕਿਸੇ ਮਾਮੇ ਚਾਚੇ ਤਾਏ ਨੇ ਆਉਣਾ ਅਤੇ ਜਿੱਦਣ ਆਉਣਾ ਆਪਾਂ ਉਸ ਦਿਨ ਹੀ ਸਾਰੀ ਸਫਾਈ ਕਰਾਂਗੇ, ਬਿਲਕੁਲ ਨਹੀਂ। ਡੇਲੀ ਕਰੋਗੇ ਤਾਂ ਉਸ ਵਕਤ ਹੋ ਸਕੇਗੀ, ਇੱਕ ਮਹੀਨੇ ਬਾਅਦ ਨਹੀਂ ਸਾਰੀ ਸਫਾਈ ਹੋਣੀ। ਤੇ ਇਸ ਵਾਸਤੇ ਤਾਂ ਕੋਲੂ ਦੀ ਲੀਰ ਬਣੀ ਪਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ ਖਨਲੀ ਧੋਤੀ, ਉਜਲੀ ਨਾ ਹੋਵਈ ਜੇ ਸੋ ਧੂਮਣ ਪਾਹੋ। ਇਹ ਕੋਲੂ ਦੀ ਲੀਰ ਦੀ ਤਰ੍ਹਾਂ ਉਜਲ ਨਹੀਂ ਹੁੰਦੀ, ਜੇ ਹੋ ਜਾਵੇ ਤਾਂ ਮੁੜ ਕੇ ਫਿਰ ਕੋਲੂ ਸਾਫ਼ ਕਰਨ ਦਾ ਟਾਈਮ ਆ ਜਾਂਦਾ। ਇਹ ਵਿਕਾਰਾਂ ਦਾ ਪਤਾ ਨਹੀਂ ਪਿਛਲੇ ਕਈ ਜਨਮਾਂ ਦਾ ਜੰਗਾਲ ਮਨ ਨੂੰ ਲੱਗਾ ਹੋਇਆ, ਅਤੇ ਮਹਾਰਾਜ ਕਿਰਪਾ ਕਰਕੇ ਹੌਲੀ ਹੌਲੀ ਲਾ ਦਿੰਦੇ ਨੇ। ਤੈ ਗਰਭ ਜੋਨ ਕਿਹਾ ਵੇ, ਫਿਰ ਮਾਤਾ ਦੇ ਗਰਭ ਪੇਟ ਦੁਆਰਾ ਜੂਨਾਂ 'ਚ ਕਿਵੇਂ ਆਏਗਾ, ਭਾਵ ਨਹੀਂ ਆਵੇਗਾ। ਇਸ ਲਈ ਕਦੀ ਇਹ ਨਹੀਂ ਸੋਚਣਾ ਵੀ ਸੰਤ ਜੀ ਤੁਹਾਡੀ ਪੂਛ ਫੜ ਕੇ ਤਰ ਜਾਵਾਂਗੇ। ਸੰਤ ਨੂੰ ਤਾਂ ਡੰਗਰ ਬਣਾ ਦਿਓ, ਆਪ ਬੰਦੇ ਬਣੇ ਰਹੋ। ਸੰਤਾਂ ਦੀ ਪੂਛ ਫੜ ਕੇ ਨਹੀਂ ਕੋਈ ਤਰਿਆ, ਉਹਨਾਂ ਦੀ ਸਿੱਖਿਆ ਲੈ ਕੇ ਹੀ ਬੰਦਾ ਤਰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਜੇ ਸਾਹਿਬਜ਼ਾਦਿਆਂ ਨਹੀਂ ਮੰਨਿਆ, ਬਾਬਾ ਲਖਮੀ ਦਾਸ ਜੀ, ਬਾਬਾ ਸ੍ਰੀ ਚੰਦ ਜੀ, ਹਰ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਦਾਸੂ ਅਤੇ ਬਾਬਾ ਦਾਤੂ, ਤੀਜੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਮੋਹਣ ਅਤੇ ਬਾਬਾ ਮੋਹਰੀ,
ਚੌਥੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਦੇ ਬਾਬਾ ਮਹਾਦੇਵ, ਇਹ ਤਾਂ ਵੀ ਸਾਹਿਬਜ਼ਾਦੇ ਸੀਗੇ। ਬਾਬਾ ਪ੍ਰਿਥੀ ਚੰਦ ਜੀ ਦੇ ਬਾਬਾ ਮਹਾਦੇਵ ਜੀ, ਪ੍ਰਿਥਿਆ ਵੀ ਤਾਂ ਮਹਾਰਾਜ ਗੁਰੂ ਰਾਮਦਾਸ ਦਾ ਹੀ ਪੁੱਤਰ ਸੀਗਾ। ਪਰ ਕਿਰਪਾ ਹੋਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ। ਇਹ ਪੁੱਤਾਂ ਦੀ ਵੀ ਕੋਈ ਗੱਲ ਨਹੀਂ ਹੈ, ਸਿੱਖਾਂ ਦੀ ਵੀ ਕੋਈ ਗੱਲ ਨਹੀਂ। ਇਹ ਨਹੀਂ ਵੀ ਪੁੱਤ ਪਿਆਰੇ ਨੇ ਜਾਂ ਸਿੱਖਾਂ ਨੂੰ ਬਖਸ਼ਿਸ਼ ਨਹੀਂ ਕਰਨੀ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਵੇਂ। ਗੱਲ ਤਾਂ ਬਚਨ ਮੰਨਣ ਦੀ ਹੈ, ਸਿੱਖੀ ਕਮਾਉਣ ਦੀ ਹੈ। ਜੇ ਆਪਾਂ ਸਹੁੰ ਹੀ ਪਾਈ ਹੋਈ ਹੈ ਵੀ ਆਪਾਂ ਗੱਲ ਮੰਨਣੀ ਕੋਈ ਨਹੀਂ, ਤਾਂ ਫਿਰ ਮਹਾਰਾਜ ਜੀ ਮੋਰਚਾ ਲਾਉਣਗੇ ਕਿਵੇਂ? ਇਹ ਸਾਡਾ ਮੋਰਚਾ ਲੱਗਾ ਹੋਇਆ ਕਾਮਗੁਰੂ ਅਦਾਦਕਾਂ ਦੇ ਨਾਲ, ਇਹ ਸਾਡੀ ਮਦਦ ਕਰਕੇ ਸਾਡੇ ਕੋਲੋਂ ਬੁਲਾ ਲਾਉਣਗੇ ਕਿਵੇਂ? ਲਾਉਣਗੇ ਤਾਂ ਹੀ ਜੇ ਆਪਾਂ ਅਰਦਾਸ ਬੇਨਤੀ ਕਰਾਂਗੇ, ਆਪਦਾ ਮਨ ਬਣਾਵਾਂਗੇ, ਗੁਰੂ ਅੱਗੇ ਤਨ ਮਨ ਧਨ ਭੇਟਾ ਕਰਕੇ ਸਾਹਿਬਾਂ ਦਾ ਬਚਨ ਮੰਨਾਂਗੇ। ਉਹ ਫਿਰ ਮਾਤਾ ਦੇ ਗਰਭ ਪੇਟ ਦੁਆਰਾ ਜੂਨਾਂ ਦੇ ਵਿੱਚ ਨਹੀਂ ਆਵੇਗਾ। ਨਟ ਨਾਰਾਇਣ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨਟ ਨਾਰਾਇਣ ਰਾਗ ਦੇ ਵਿੱਚ ਗੁਰ ਸ਼ਬਦ ਉਚਾਰਨ ਕਰ ਰਹੇ ਨੇ। ਦੋ ਪਦੀਆਂ ਵਾਲੀ ਸ਼ਬਦ ਆਉਣਗੇ। ਪਹਿਲਾਂ 4 ਪਦੀਆਂ ਵਾਲਾ ਇੱਕ ਸ਼ਬਦ ਸੰਪੂਰਨ ਹੋਇਆ, ਹੁਣ ਅੱਗੇ 2 ਪਦੀਆਂ ਵਾਲੇ ਸ਼ਬਦ ਆ ਰਹੇ ਹਨ। ਇੱਕ ਓੰਕਾਰ ਮੰਗਲ ਕਰਦੇ ਨੇ। ਇੱਕ ਦੁਤੀ ਬ੍ਰਹਮ ਓੰਕਾਰ ਸਰਬਦਾ ਜੋ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਜੀ ਆਕਾਸ਼ ਗੋ ਬਾਣੀ ਦੁਆਰਾ ਸਤਿਗੁਰਾਂ ਨੂੰ ਕਹਿਣ ਲੱਗੇ ਕਿ ਤੁਸੀਂ ਸਾਨੂੰ ਪਿਛਲੇ ਸ਼ਬਦ ਹੀ ਕਮਣ ਗਿਆਨ ਧਿਆਨਾਂ ਵਾਲੀ ਤੁਕ ਅੰਦਰ ਉਲਾਂਭਾ ਦਿੱਤਾ ਹੈ। ਇਹ ਸੁਣ ਕੇ ਸਤਿਗੁਰੂ ਸਾਹਿਬ ਨੇ ਅਗਲਾ ਸ਼ਬਦ ਉਚਾਰਿਆ। ਉਲਾਹਨੋ ਮੈਂ ਕਾਹੂ ਨਾ ਦਿਓ। ਇਹ ਪਰਮੇਸ਼ਰ ਮੈਂ ਕਿਉਂ ਭਲਾ ਲਾਂਭਾ ਦਿਆਂਗਾ? ਤੈਨੂੰ ਕਾਹਦਾ ਲਾਂਭਾ ਹੈ? ਵੱਡਿਆਂ ਨੂੰ ਲਾਂਭਾ ਥੋੜੀ ਹੁੰਦਾ, ਛੋਟਿਆਂ ਦੀ ਗਲਤੀ ਹੁੰਦੀ ਹੈ। ਵੱਡੇ ਨਹੀਂ ਕਦੀ ਗਲਤੀ ਕਰਦੇ, ਜੇ ਕਰਨ ਵੀ ਤੇ ਤਾਂ ਵੀ ਨਹੀਂ ਉਹਨਾਂ ਦੀ ਗਲਤੀ ਮੰਨੀ ਜਾਂਦੀ। ਛੋਟਿਆਂ ਨੂੰ ਹੱਥ ਜੋੜਨੇ ਪੈਂਦੇ ਵੀ ਸਾਥੋਂ ਗਲਤੀ ਹੋਈ, ਤੇ ਗਲਤੀ ਮੰਨਣੀ ਹੀ ਨਿਮਰਤਾ ਹੈ। ਇਸ ਲਈ ਵੱਡਿਆਂ ਨੂੰ ਉਹਨਾਂ ਦੀ ਗਲਤੀ ਮਨਾ ਕੇ ਬੇਇੱਜ਼ਤ ਕਰਨਾ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ, ਮੂਰਖਤਾਈ ਹੈ। ਠੀਕ ਹੈ, ਭੁੱਲ ਭੁਲੇਖੇ ਕੋਈ ਮਾੜਾ ਮੋਟਾ ਸੱਜੇ ਖੱਬੇ ਹੋ ਗਿਆ, ਤੇ ਪਰ ਵੱਡੇ ਤਾਂ ਵੱਡੇ ਹੀ ਨੇ। ਤੂੰ ਮਹਾਰਾਜ ਵੱਡਾ, ਮੈਂ ਤੈਨੂੰ ਕਿਉਂ ਲਾਂਭਾ ਦੇਵਾਂਗਾ? ਗਲਤੀਆਂ ਮੇਰੇ 'ਚ ਨੇ, ਮੈਂ ਉਹ ਲਾਂਭਾ ਨਹੀਂ ਕਿਸੇ ਨੂੰ ਵੀ ਦਿੰਦਾ ਹਾਂ। ਤੈਨੂੰ ਮੈਂ ਕਿਉਂ ਦਿਆਂਗਾ? ਤੈਨੂੰ ਲਾਂਭਾ ਨਹੀਂ ਦਿੱਤਾ। ਜਿਸ ਤਰ੍ਹਾਂ ਫਰੀਦ ਨੇ ਇਹੀ ਆਖਿਆ, ਦੇਖ ਬੰਦੇ ਕੇ ਭਾਗ ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਬੰਦੇ ਦੇ ਭਾਗਾਂ ਨੂੰ ਕੋਸਿਆ, ਆਪਦੇ ਕਰਮਾਂ ਨੂੰ ਕੋਸਿਆ, ਰੱਬ ਨੂੰ ਮਾੜਾ ਨਹੀਂ ਆਖਿਆ। ਜੇ ਭਗਤੀ ਕਰਾਈ ਹੈ ਜ਼ਿੰਦਗੀ ਭਰ ਤੇ ਤੇਰਾ ਕਸੂਰ ਨਹੀਂ ਹੈ, ਕਸੂਰ ਮੇਰਾ ਹੀ ਕਿਤੇ ਹੋ ਗਿਆ। ਪੂਰੇ ਦਾ ਪੂਰਾ ਜਹਾਜ਼ ਡੁੱਬ ਗਿਆ ਸੀ ਪਾਣੀ 'ਚ, ਤੇ ਫਰੀਦ ਨੇ ਅਰਦਾਸ ਕੀਤੀ ਵੀ ਇਹਨਾਂ ਨੂੰ ਜਿਉਂਦਾ ਕਰ ਦੇ। ਤੇ ਮਹਾਰਾਜ ਕਹਿੰਦੇ, ਪੁੱਤ ਤੂੰ ਵੇਖ ਲਾ, ਤੂੰ ਬੈਠਾ ਕਿਹੜੇ ਕੰਮ ਨੂੰ ਆ? ਤੂੰ ਆਪਦਾ ਕੰਮ ਕਰੀ ਜਾ, ਤੂੰ ਮੇਰੇ ਕੰਮ 'ਚ ਕਿਉਂ ਦਖਲ ਦੇ ਰਿਹਾ? ਜਹਾਜ਼ ਮੈਂ ਡੋਬਿਆ, ਬੰਦੇ ਮੈਂ ਮਾਰੇ, ਤੂੰ ਮੈਨੂੰ ਮਿਲਣ ਬੈਠਾ, ਤੂੰ ਆਪਦਾ ਕੰਮ ਕਰੀ ਜਾ, ਨਾਮ ਜਪੀ ਜਾ। ਮੈਂ ਕਿਉਂ ਇਹਨਾਂ ਨੂੰ ਜਿਉਂਦਾ ਕਰੂੰਗਾ? ਇਹਨਾਂ ਦੇ ਕਰਮ ਸੀ ਡੁੱਬ ਕੇ ਮਰਨ ਦੇ, ਕਰਮ ਭੁਗਤਾਏ ਨੇ। ਕਰਮਾਂ 'ਚ ਲਿਖਿਆ ਹੋਇਆ ਸੀਗਾ ਵੀ ਤੂੰ ਚੁੱਪ ਕਰਕੇ ਬਾਬਾ ਜੀ ਆਪਦਾ ਭਗਤੀ ਕਰ। ਕਹਿੰਦਾ ਨਹੀਂ ਮਹਾਰਾਜ, ਇਹ ਰੋ ਰਹੇ ਨੇ ਵਿਚਾਰੇ ਤੇ ਮੈਨੂੰ ਚੰਗਾ ਨਹੀਂ ਲੱਗ ਰਿਹਾ। ਮਹਾਰਾਜ ਕਹਿੰਦੇ ਵੀ ਕੋਈ ਨਹੀਂ, ਦੁਨੀਆ ਦਾ ਕੰਮ ਹੀ ਰੋਣਾ, ਨਿਆਣਿਆਂ ਦਾ ਕੰਮ ਕੀ ਆ? ਮਿੰਟ ਦੀ ਮਿੰਟ ਰੋ ਕੇ ਫਿਰ ਚੁੱਪ ਕਰ ਜਾਣਗੇ। ਇਹਨਾਂ ਦੇ ਮਗਰ ਥੋੜ੍ਹਾ ਲੱਗੀਦਾ, ਇਹਨਾਂ ਨੂੰ ਕੀ ਪਤਾ। ਇੱਕ ਰਿਸ਼ਤੇਦਾਰ ਕਿਸੇ ਦਾ ਚੜ੍ਹਾਈ ਕੀਤਾ, ਉਹਨੇ ਬਾਬਾ ਜੀ ਦੇ ਚਰਨਾਂ 'ਚ ਲਿਆ ਕੇ ਮੱਥਾ ਟੇਕਿਆ, ਤਾਂ ਬਾਬਾ ਜੀ ਨੇ ਜਿਉਂਦਾ ਕਰ ਦਿੱਤਾ। ਉਹ ਮੁੜ ਕੇ ਸਾਰੀਆਂ ਲਾਸ਼ਾਂ ਕੱਢ ਕੇ ਬਾਬਿਆਂ ਦੇ ਅੱਗੇ ਢੇਰ ਲਾਤਾ। ਕਹਿੰਦੇ ਬਾਬਾ ਜੀ ਜਿਉਂਦਾ ਕਰੋ। ਬਾਬਾ ਜੀ ਨੇ ਮਹਾਰਾਜ ਨੂੰ ਆਖਿਆ, ਮਹਾਰਾਜ ਕਹਿੰਦੇ ਵੀ ਤੂੰ ਰਹਿਣ ਦੇ ਰੱਬ ਨੂੰ, ਤੂੰ ਨਾ ਅਰਦਾਸ ਕਰ, ਮੇਰੀ ਬੇਨਤੀ ਹੈ ਵੀ ਤੂੰ ਵਾਹਿਗੁਰੂ ਦਾ ਨਾਮ ਜਪੀ ਜਾ। ਕਹਿੰਦਾ ਨਹੀਂ ਮਹਾਰਾਜ, ਜਿਹੜੀ ਜ਼ੋਰ ਨਾਲ ਗੱਲ ਬਣਾਈ ਹੈ। ਤਾਂ ਸਾਧ ਸੰਗਤ ਜੀ, ਉਹ ਬ੍ਰਹਮ ਗਿਆਨੀ ਦੀ ਜਿਹੜੀ ਅਰਦਾਸ ਹੈ ਉਹ ਫਜ਼ੂਲ ਨਹੀਂ ਜਾਂਦੀ।
ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਰਦਾਸ ਤਾਂ ਬ੍ਰਹਮ ਗਿਆਨੀ ਨੇ ਕੀ ਕਰਨੀ ਹੈ? ਬ੍ਰਹਮ ਗਿਆਨੀ ਇਸੇ ਲਈ ਚੁੱਪ ਹੀ ਰਹਿੰਦਾ। ਉਹ ਤਾਂ ਬੋਲਦਾ ਵੀ ਨਹੀਂ ਵੀ ਕਿਤੇ ਵਾਧੂ ਬੋਲਿਆ ਵੀ ਨਾ ਜਾਏ, ਕਿਤੇ ਮਹਾਰਾਜ ਨਾਰਾਜ਼ ਨਾ ਹੋ ਜਾਏ। ਤੋ ਗੁਰੂ ਤੇਗ ਬਹਾਦਰ ਜੀ ਨੇ ਵੇਖੋ ਕਰਾਮਾਤਾਂ ਕੀ ਦਿਖਾਉਣੀ ਸੀਗੀ। ਨਾਟਕ ਚੇੜ ਕੀਏ ਕੁਕਾਜਾ ਪ੍ਰਭ ਲੋਗਣ ਕੇ ਆਵਤ ਲਾਜਾ। ਕਹਿੰਦੇ ਕਰਾਮਾਤ ਕਹਿਰ ਦਾ ਨਾਮ ਹੈ, ਲੱਜਿਆ ਸ਼ਰਮ ਆਉਂਦੀ ਹੈ। ਮਹਾਰਾਜ ਜੀ ਨੇ ਕਦੀ ਜ਼ਿੰਦਗੀ ਪਰ ਬੋਲਿਆ ਨਹੀਂ। ਜੇ ਹਿੰਦੂਆਂ ਦੀ ਸਿਫਾਰਿਸ਼ ਪਾਈ, ਰੱਬ ਦੇ ਘਰ ਵੀ ਕਾਗਜ਼ ਲਾਏ ਸੀਗੇ। ਇਹ ਨਹੀਂ ਵੀ ਔਰੰਗਜ਼ੇਬ ਨੂੰ ਹੀ ਆਖਿਆ ਸੀਗਾ। ਰੱਬ ਦੇ ਘਰ ਕਾਗਜ਼ ਪਹਿਲਾਂ ਲਾਏ ਸੀ ਵੀ ਇਹ ਧਰਮ ਬਚਾਉਣਾ ਮਹਾਰਾਜ ਸਾਡਾ ਫਰਜ਼ ਹੈ। ਅਸੀਂ ਅਰਦਾਸ ਕਰਦੇ ਹਾਂ ਵੀ ਹਿੰਦੂ ਧਰਮ ਬਚੇ। ਅਤੇ ਗੁਰੂ ਸਾਹਿਬ ਨੂੰ ਫਿਰ ਸੀਸ ਦੇਣਾ ਪਿਆ, ਆਪਦੀ ਜ਼ਿੰਦਗੀ ਭੇਟਾ ਕਰਨੀ ਪਈ ਹਿੰਦੂਆਂ ਨੂੰ ਬਚਾਉਣ ਲਈ। ਐਵੇਂ ਨਹੀਂ ਵੀ ਸੁੱਕਾ ਪੁੱਕਾ ਹੀ ਅਰਦਾਸ ਕਰ ਦਿਓ ਅਤੇ ਆਪ ਘਰ ਜਾ ਕੇ ਸੌਂ ਜਾਓ। ਕੁਛ ਆਪਦੇ ਕੋਲੋਂ ਦੇਣਾ ਪੈਂਦਾ। ਤੋ ਜੇ ਨਹੀਂ ਦੇਣਾ ਫਿਰ ਇੱਥੇ ਚੌਂਕੜਾ ਮਾਰੋ, ਮਾਲਾ ਫੜ ਲਓ। ਭਗਤੀ ਤਾਂ ਆਪਦੀ ਨਹੀਂ ਹੁੰਦੀ ਅਤੇ ਦੂਜਿਆਂ ਦੀ ਬੰਦਾ ਕਿਵੇਂ ਕਰ ਸਕਦਾ? ਇੱਕ ਬ੍ਰਹਮ ਗਿਆਨੀ ਦਾ ਆਰਡਰ ਮੰਨਿਆ ਜਾਂਦਾ, ਇੱਕ ਪੰਜਾਂ ਪਿਆਰਿਆਂ ਦਾ ਆਰਡਰ ਹੁਕਮ ਮੰਨਿਆ ਜਾਂਦਾ। ਮੇਰੇ ਵਰਗੇ ਤਾਂ ਜੋ ਮਰਜ਼ੀ ਬੋਲੀ ਜਾਣ, ਮਹਾਰਾਜ ਦੀ ਸਿਹਤ 'ਤੇ ਨਹੀਂ ਕੋਈ ਅਸਰ ਹੁੰਦਾ। ਸੁਣਦਾ ਸਹੀ ਹੈ ਪਰ ਉਹ ਆਸੇ ਪਾਸੇ ਲੰਘਾ ਦਿੰਦਾ ਹੈ। ਅਤੇ ਹਾਂ ਜੇ ਕਿਸੇ ਦੀ ਸ਼ਰਧਾ ਪਿਆਰ ਹੋਵੇ ਉਹ ਗੱਲ ਵੱਖਰੀ ਹੈ। ਇਹ ਨਹੀਂ ਸੋਚਣਾ ਚਾਹੀਦਾ ਵੀ ਮਹਾਰਾਜ ਅਰਦਾਸ ਨਹੀਂ ਸੁਣਦਾ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ। ਤੋ ਗੁਰਦੁਆਰੇ ਦੀ ਇਹ ਮਰਯਾਦਾ ਹੈ, ਗ੍ਰੰਥੀ ਸਿੰਘ ਦੀ ਡਿਊਟੀ ਹੈ। ਗੁਰੂ ਸਾਹਿਬ ਨੂੰ ਪਤਾ ਵੀ ਇਹਦੀ ਡਿਊਟੀ ਹੈ, ਐਜ਼ ਏ ਡਿਊਟੀ ਅਰਦਾਸ ਕਰਨਾ ਪਿਆਰ ਸ਼ਰਧਾ ਦੇ ਨਾਲ, ਭਾਵੇਂ ਦੁਸ਼ਮਣ ਵੀ ਆ ਜਾਏ ਅਤੇ ਸਾਰਿਆਂ ਦੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਕੋਈ ਅਕਾਲੀ ਆ ਗਿਆ, ਕੋਈ ਕਾਂਗਰਸੀ ਆ ਗਿਆ, ਸਾਰਿਆਂ ਨੂੰ ਜਿਤਾਓ ਜੀ ਵੋਟਾਂ ਦੇ ਵਿੱਚ, ਜੈ ਜੈਕਾਰ। ਸਾਨੂੰ ਕੀ ਕਿਸੇ ਨਾਲ? ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਸਾਰੇ ਜਿੱਤਣ, ਸਾਰੇ ਪ੍ਰਧਾਨ ਬਣ। ਸਭਨਾਂ ਦੀ, ਦੁਸ਼ਮਣਾਂ ਦੀ ਵੀ ਅਰਦਾਸ ਭਲੇ ਦੀ ਕੀਤੀ ਜਾਂਦੀ। ਇਹ ਮਰਯਾਦਾ ਹੈ। ਗੁਰੂ ਸਾਹਿਬ ਨੇ ਕਿਹਦੀ ਮੰਨਣੀ ਹੈ ਨਹੀਂ ਮੰਨਣੀ ਹੈ ਮਹਾਰਾਜ ਨੂੰ ਪਤਾ ਹੈ। ਤੋ ਇਸ ਵਾਸਤੇ ਅਰਦਾਸ ਦੀ ਮਰਯਾਦਾ ਹੈ। ਜਿਹੜਾ ਪੰਜਾਂ ਪਿਆਰਿਆਂ ਦੀ ਅਰਦਾਸ ਹੈ ਇਹ ਇੱਕ ਹੁਕਮ ਹੋ ਜਾਂਦਾ ਹੈ। ਤੋ ਇਸ ਲਈ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਬਾਬੇ ਫਰੀਦ ਨੇ ਵਾਹਿਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਮਹਾਰਾਜ ਨੇ ਜਵਾਬ ਦੇ ਦਿੱਤਾ। ਅਤੇ ਜਦ ਬਾਬਾ ਜੀ ਨੇ ਫਿਰ ਜ਼ੋਰ ਪਾ ਕੇ ਬੇਨਤੀ ਕੀਤੀ ਤਾਂ ਮਹਾਰਾਜ ਨੇ ਆਖਿਆ ਵੀ ਇਉਂ ਫਿਰ ਤੇਰੀ ਗੱਲ ਆਪਾਂ ਮੋੜ ਤਾਂ ਨਹੀਂ ਸਕਦੇ, ਅਤੇ ਪਰ ਇੰਝ ਬੇਨਤੀ ਹੈ ਵੀ ਤੈਨੂੰ ਫਿਰ ਭਗਤੀ ਕਰਨੀ ਪਏਗੀ, ਜਾਂ ਤਾਂ ਜਾਨ ਬਦਲੇ ਜਾਨ ਦਿਓ। ਜਿਸ ਤਰ੍ਹਾਂ ਬਾਬੇ ਅਟਲ ਨੇ, ਬਾਬੇ ਅਟਲ ਰਾਏ ਨੇ ਮੋਹਣ ਮੁੰਡੇ ਦੀ ਜਾਨ ਬਚਾਉਣ ਲਈ, ਜਿਉਂਦਾ ਕਰਨ ਲਈ ਆਪਦੀ ਜਾਨ ਭੇਟਾ ਕਰ ਦਿੱਤੀ। ਭਾਈ ਗੁਰਦਿੱਤਾ ਜੀ ਨੇ, ਬਾਬਾ ਗੁਰਦਿੱਤਾ ਸਾਹਿਬ ਜੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ ਵੱਡੇ, ਉਹਨਾਂ ਨੇ ਇੱਕ ਮਰੀ ਗਾਂ ਜਿਉਂਦੀ ਕੀਤੀ ਅਤੇ ਗੁਰੂ ਸਾਹਿਬ ਦੇ ਬਚਨ ਨਾਲ ਉਹਨਾਂ ਨੂੰ ਆਪ ਦਾ ਸਰੀਰ ਦੇਣਾ ਪਿਆ। ਇਸੇ ਤਰ੍ਹਾਂ ਇੱਕ ਬ੍ਰਾਹਮਣ ਦਾ ਮੁੰਡਾ ਮਰ ਗਿਆ ਅਤੇ ਜਿਹੜੇ ਭਾਈ ਗੌਰਾ ਜੀ ਸਨ, ਭਾਈ ਭਗਤੂ ਜੀ ਦੇ ਸਪੁੱਤਰ, ਇਹ ਵੱਡੇ ਸੀਗੇ, ਛੋਟੇ ਸੀ ਭਾਈ ਜੀਵਨ ਜੀ, ਉਹਨਾਂ ਨੂੰ ਆਪ ਦਾ ਸਰੀਰ ਭੇਟਾ ਕਰਨਾ ਪਿਆ। ਗੁਰੂ ਹਰਿ ਸਾਹਿਬ ਜੀ ਦੇ ਵੇਲੇ ਜਾਂਦਾ ਜਾਨ ਬਦਲੇ ਜਾਣ ਦਿਓ, ਫਿਰ ਤਾਂ ਅਰਦਾਸ ਕਰਨ ਦਾ ਸਵਾਦ, ਅਤੇ ਨਹੀਂ ਤਾਂ ਫਿਰ ਬੰਦਗੀ ਕਰੋ। ਬਾਬਾ ਤੈਨੂੰ ਬੰਦਗੀ ਕਰਨੀ ਪਊਗੀ, ਮੇਰੇ ਮਿਲਣ ਵਿੱਚ ਵਿਘਨ ਪੈ ਗਿਆ, ਫਿਰ ਤੂੰ ਲੇਟ ਹੋ ਜਾਏਗਾ, ਫਿਰ ਮੈਨੂੰ ਲਾਮਾ ਨਾ ਦੇਈ। ਨਹੀਂ ਮਹਾਰਾਜ ਮੈਂ ਕੋਈ ਲਾਮਾ ਦੇਊਂਗਾ, ਮੈਂ ਬੰਦਗੀ ਕਰ ਦੇਵਾਂਗਾ, ਪਰ ਇਹਨਾਂ ਜੀਆਂ ਦਾ ਮੈਂ ਦੁੱਖ ਨਹੀਂ ਵੇਖ ਸਕਦਾ। ਤਾਂ ਬਾਬਾ ਜੀ ਨੇ ਪੂਰੇ ਦਾ ਪੂਰਾ ਜਹਾਜ਼ ਜਿਉਂਦਾ ਕਰ ਦਿੱਤਾ ਸੀਗਾ। ਇਉਂ ਸਾਧ ਸੰਗਤ ਜੀ, ਉਹ ਸੰਤਾਂ 'ਚ ਸਮਰੱਥਾ ਤਾਂ ਹੁੰਦੀ ਆ, ਪਰ ਉਹ ਲੱਗਦੀ ਵਾਰ ਬੋਲਦੇ ਨਹੀਂ ਹਨ। ਕਿਉਂ ਨਹੀਂ ਬੋਲਦੇ? ਇਸੇ ਦੁੱਖੋਂ ਹੀ ਵੀ ਮਹਾਰਾਜ ਕਿਤੇ ਗੁੱਸਾ ਨਾ ਕਰੇ। ਅਤੇ ਗੁਰੂ ਅਰਜਨ ਸਾਹਿਬ ਜੀ, ਉਹ ਤੂੰ ਮੈਨੂੰ ਲਾਂਭਾ ਤਾਂ ਨਹੀਂ ਦਿੱਤਾ? ਨਹੀਂ ਮਹਾਰਾਜ ਮੈਂ ਕੋ ਲਾਂਭਾ ਦੇਵਾਂਗਾ, ਮੈਂ ਤਾਂ ਕਿਸੇ ਨੂੰ ਵੀ ਲਾਂਭਾ ਨਹੀਂ ਦਿੰਦਾ, ਮੈਂ ਤੈਨੂੰ ਕਿਉਂ ਉਲਾਂਭਾ ਦਿਆਂਗਾ। ਮਨ ਮੀਠਾ ਤਹਾਂ ਰਖੀਓ, ਮੈਂ ਤਾਂ ਜੋ ਤੈਨੂੰ ਭਾਉਂਦਾ ਸੀ ਉਹੀ ਕਥਨ ਕੀਤਾ ਹੈ। ਇਹ ਮਹਾਰਾਜ ਮੈਂ ਆਪਦੇ ਮਨ 'ਚ ਸਭ ਰਸਾਂ ਤੋਂ ਮਿੱਠਾ ਤੇਰਾ ਨਾਮ ਹੀ ਮੰਨਣਾ ਕੀਤਾ, ਤੇਰਾ ਭਾਣਾ ਤੇਰਾ ਕੀਆ ਮੀਠਾ ਲੱਗਿਆ, ਹਰ ਨਾਮ ਪਦਾਰਥ ਨਾਨਕ ਮੰਗੈ।
ਸਰਬੱਤ ਦੇ ਭਲੇ ਲਈ ਤੱਤੀ ਤਵੀ ਤੇ ਮਹਾਰਾਜ ਆਪਾਂ ਤਾਂ ਇੱਕ ਦਿਨ ਸੋਚਦੇ ਹਾਂ ਸ਼ਾਇਦ 5 ਦਿਨ ਹੀ ਬਹਿੰਦੇ ਰਹੇ ਸੀ। ਚੰਦੂ ਬੜਾ ਭੈੜਾ ਸੀਗਾ, 5 ਦਿਨ ਹੀ ਮਹਾਰਾਜ ਨੂੰ ਬਿਠਾਉਂਦਾ ਰਿਹਾ ਸੀ। ਜਾਂ ਇਤਿਹਾਸ ਵਿੱਚ ਆਉਂਦਾ ਵੀ ਇੱਕ ਦਿਨ ਰੇਤ ਦੇ ਖਿਲਾਰਿਆ, ਦੂਜੇ ਦਿਨ ਤੱਤੀ ਤਵੀ ਤੇ ਬਿਠਾ ਲਿਆ, ਤੀਜੇ ਦਿਨ ਬਿਠਾਲ ਕੇ ਸੀਸ 'ਚ ਤੱਤੀ ਰੇਤਾ ਪਾਈ। ਇਉਂ ਬੜਾ ਉਹਨੇ ਦੁੱਖ ਦਿੱਤੇ ਸੀ। 5-6 ਦਿਨ ਗੁਰੂ ਸਾਹਿਬ ਨੂੰ ਇੱਕ ਪਾਣੀ ਦਾ ਘੁੱਟ ਨਹੀਂ ਮਹਾਰਾਜ ਨੇ ਮੂੰਹ ਨੂੰ ਲਾਇਆ ਸੀ। ਤੋ ਮੈਂ ਤਾਂ ਭਾਣਾ ਹੀ ਮੰਨਦਾ, ਸੱਚੇ ਪਾਤਸ਼ਾਹ ਤੇਰਾ ਨਾਮ ਤੇਰਾ ਭਾਣਾ ਮਿੱਠਾ ਕਰਕੇ ਮੰਨਦਾ ਹੈ। ਤੇਰੇ ਨਾਮ ਅੰਮ੍ਰਿਤੋਂ ਬਗੈਰ ਕਿਉਂਕਿ ਤੇਰੀ ਪ੍ਰਾਪਤੀ ਹੁੰਦੀ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਆਗਿਆ ਮਾਨ ਜਾਨ ਸੁਖ ਪਾਇਆ। ਇਹ ਪਰਮੇਸ਼ਰ ਮੈਂ ਗੁਰਾਂ ਦੁਆਰਾ ਭਗਤੀ ਸਿਫਤ ਕਰਨ ਦੀ ਆਗਿਆ ਮੰਨ ਕੇ ਤੇ ਇਸ ਨੂੰ ਕਲਿਆਣ ਕਰਤਾ ਜਾਣ ਕੇ ਤੇਰੇ ਸਰੂਪ ਦੀ ਪ੍ਰਾਪਤੀ ਦੇ ਸੁਖ ਆਨੰਦ ਨੂੰ ਪਾਇਆ ਹੈ। ਸੁਨ ਸੁਨ ਨਾਮ ਤਹਾਰੋ ਜੀਓ। ਹਰ ਤੇਰੇ ਨਾਮ ਨੂੰ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਸੁਣ ਸੁਣ ਕੇ ਆਤਮਿਕ ਜੀਵਨ ਵੱਲ ਜਿਉਣਾ ਕੀਤਾ ਹੈ। ਸੁਣ ਸੋ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ। ਮਹਾਰਾਜ ਦੇ ਨਾਮ ਨੂੰ ਸੁਣ ਕੇ ਹੁਣ ਮੈਂ ਕਿਸੇ ਬਾਰੇ ਸੁਣਾਂਗਾ ਤਾਂ ਹੀ ਮੈਂ ਉਹਨੂੰ ਮਿਲਣ ਦਾ ਚਾਅ ਕਰਾਂਗਾ। ਜੇ ਰੱਬ ਦਾ ਸੁਣਿਆ ਨਹੀਂ ਨਾਮ ਤਾਂ ਫਿਰ ਮਿਲਣ ਦਾ ਚਾਅ ਕਿਵੇਂ ਹੋਵੇਗਾ। ਤੇਰਾ ਨਾਮ ਸੁਣ ਕੇ ਮਨ 'ਚ ਚਾਅ ਆਇਆ ਹੈ ਜੀ। ਈਹਾ ਊਹਾ ਹਰ ਤੁਮ ਹੀ ਹੇ ਹਰੀ ਪਰਮੇਸ਼ਰ ਇਸ ਲੋਕ ਵਿੱਚ ਵੀ ਤੂੰ ਹੀ ਹੈ, ਪਰਲੋਕ ਵਿੱਚ ਵੀ ਤੂੰ ਹੀ ਹੈ ਤੇ ਇੱਥੇ ਉੱਥੇ ਤੂੰ ਹੀ ਹੈ। ਈਹਾ ਊਹਾ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਈਹਾ ਊਹਾ ਤੁਮ ਰਖੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਭ ਕਿਰਪਾ ਤੇ ਕੋ ਲਖੇ। ਇਹੋ ਗੁਰ ਤੇ ਮੰਤਰ ਦ੍ਰਿੜਿਓ। ਪਾਰੇ ਗੁਰੂ ਤੋਂ ਉਪਦੇਸ਼ ਹਿਰਦੇ ਵਿੱਚ ਦ੍ਰਿੜ ਕੀਤਾ, ਭਾਵ ਪਰਪੱਕਤਾ ਕਰਕੇ ਵਸਾਇਆ ਹੈ। ਜਬ ਤੇ ਜਾਨ ਪਾਈ ਇਹ ਬਾਤਾ। ਜਦੋਂ ਤੋਂ ਗੁਰ ਉਪਦੇਸ਼ ਦੁਆਰਾ ਇਹ ਗੱਲ ਜਾਣਨਾ ਪਾਈ ਹੈ, ਤਬ ਕੁਸਲ ਖੇਮ ਸਭ ਥੀਓ। ਤਦੋਂ ਤੋਂ ਸਭ ਤਰ੍ਹਾਂ ਕਰਕੇ ਆਨੰਦ ਅਤੇ ਰੱਖਿਆ ਪ੍ਰਾਪਤ ਹੋਈ ਹੈ। ਕੁਸਲ ਦਾ ਅਰਥ ਵੀ ਆਨੰਦ ਹੈ ਤੇ ਖੇਮ ਦਾ ਅਰਥ ਵੀ ਸੁਖ ਹੈ। ਸੰਪਰਦਾਈ ਅਰਥ ਇੰਜ ਕੀਤੇ ਜਾਂਦੇ, ਕੁਸਲ ਖੇਮ ਅਪ੍ਰਾਪਤੀ ਦੀ ਪ੍ਰਾਪਤੀ। ਕੁਸਲ ਦਾ ਅਰਥ ਹੈ ਅਪ੍ਰਾਪਤੀ ਦੀ ਪ੍ਰਾਪਤੀ ਤੇ ਖੇਮ ਦਾ ਅਰਥ ਹੈ ਪ੍ਰਾਪਤੀ ਦੀ ਰੱਖਿਆ। ਜੋ ਬ੍ਰਹਮ ਦੇ ਗਿਆਨ ਦੀ ਅਪ੍ਰਾਪਤੀ ਹੈ ਉਹਦੀ ਪ੍ਰਾਪਤੀ ਹੋਈ ਹੈ, ਔਰ ਜੋ ਆਨੰਦ ਪ੍ਰਾਪਤ ਹੋਇਆ ਉਹਦੀ ਰੱਖਿਆ। ਇਉਂ ਸਭ ਤਰ੍ਹਾਂ ਕਰਕੇ ਸੁਖ ਆਨੰਦ ਪ੍ਰਾਪਤ ਹੋ ਗਿਆ ਹੈ। ਸਾਧ ਸੰਗ ਨਾਨਕ ਪਰਗਾਸਿਓ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ, ਹੇ ਪਰਮੇਸ਼ਰ ਤੇਰੀ ਪ੍ਰਾਪਤੀ ਵਾਲੀ ਸਾਧੂਆਂ ਦੀ ਸੰਗਤ ਨਾਲ ਮਿਲ ਕੇ ਤੇਰੇ ਸਰੂਪ ਦਾ ਪ੍ਰਕਾਸ਼ ਹੋਇਆ ਹੈ। ਆਨ ਨਹੀਂ ਰੇ ਬੀਓ। ਹੇ ਪਰਮੇਸ਼ਰ ਹੁਣ ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਦ੍ਰਿਸ਼ਟੀ ਵਿੱਚ ਆਉਂਦਾ ਹੀ ਨਹੀਂ ਹੈ। ਸੋ ਲੱਲਾ ਤਾਕੈ ਲਵੇ ਨ ਕੋ, ਇੱਕ ਹੈ ਆਪ ਅਵਰ ਨ ਹੋ। ਕੋਈ ਦੂਜਾ ਹੋਏ ਸੋ ਅਵਰੋ ਕਹੀਏ, ਕੋਈ ਦੂਜਾ ਹੋਵੇ ਤਾਂ ਕਿਸੇ ਹੋਰ ਨੂੰ ਆਖੀਏ। ਇੰਜ ਇਹ ਗੁਰੂ ਸਾਹਿਬ ਨੇ ਕਿਰਪਾ ਕਰਕੇ ਵਾਹਿਗੁਰੂ ਅਕਾਲ ਪੁਰਖ ਦੇ ਸਨਮੁਖ ਸ਼ਬਦ ਉਚਾਰਿਆ ਹੈ। ਜੋ ਆਪਨੇ ਸਰਵਣ ਕੀਤਾ ਭੁੱਲਾਂ ਚੁੱਕਾ ਮਾਫ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਜਬ ਤੇ ਜਾਨ ਪਾਈ ਇਹ ਬਾਤਾ, ਤਬ ਕੁਸਲ ਖੇਮ ਸਭ ਥੀਓ। ਸਾਧ ਸੰਗ ਨਾਨਕ ਪਰਗਾਸਿਓ, ਆਨ ਨਹੀਂ ਰੇ ਬੀਓ। ਵਾਹਿਗੁਰੂ ਜੀ ਕਾ ਖਾਲਸਾ।